प्रोग्राम खबर ते नज़र लैके हाजिर हो चुके हैं। मेरे नाल प्रोग्राम खबर ते नज़र दे विच इस टाइम जुड़ चुके ने मिंटू गुरुसरिया जी मलोट स्टूडियोज़ तो। मिंटू जी निकी जी आयां नूं प्यार भरी सत श्री अकाल जी। जी शुक्रिया जी सारिਆਂ ਨੂੰ सत श्री अकाल। ਸਾਡੇ ਅੱਜ ਦੇ प्रोग्राम खबर ते नज़र उस ਨੂੰ स्पॉन्सर करते हैं खालसा इंश्योरेंस एजेंसी वाले, जिन्हां दे कोलों तुसीं हर एक तरीके दी इंश्योरेंस करवा सकते हो। इंश्योरेंस बारे पता करने लई कॉल करो नंबर 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਸੰਧੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰਸਰੇ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਨਲਾਈਨ ਠੱਗੀ ਦੇ ਮਾਮਲੇ ਦੇ ਵਿੱਚ ਭਾਰਤ ਦੇ ਇੱਕ ਪਿੰਡ ਬਾਰੇ ਹੈਰਾਨ ਕਰਨ ਵਾਲੇ ਖੁਲਾਸਾ ਹੋਇਆ। ਸਾਡੇ ਇੱਥੇ ਪੰਜਾਬੀ 'ਚ ਇੱਕ ਮੁਹਾਵਰਾ ਆਂਦੇ ਹੁੰਦੇ ਆ, ਕੰਧ ਓਲੇ ਕੰਧਾਰ ਓਲੇ। ਜਿਹੜਾ ਕੰਧ ਓਲੇ ਆ ਉਹ ਸਮਝੋ ਕੰਧਾਰ ਓਲੇ ਆ, ਜਾਂ ਕੰਧ ਓਲੇ ਪ੍ਰਦੇਸ਼ ਵਾਲੀ ਗੱਲ ਆ। ਅਸੀਂ ਜਦੋਂ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਦੀ ਗੱਲ ਕਰਦੇ ਹਾਂ ਤੇ ਸਾਡੇ ਮਨ 'ਚ ਇਹੋ ਆਉਂਦਾ ਕਿ ਜਿਹੜੇ ਬਾਹਰ ਬੈਠੇ ਆ ਉਹ ਇਸ ਤਰ੍ਹਾਂ ਦੀਆਂ ਠੱਗੀਆਂ ਕਰਦੇ। ਸਾਡੇ ਜਿਹੜੇ ਭੋਲੇ ਭਾਲੇ ਲੋਕ ਆ ਇੰਡੀਆ ਦੇ, ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਦੇ ਜ਼ਰੀਏ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਆ ਜੀ। ਪਰ ਜਿਹੜਾ ਇਹ ਪਿੰਡ ਨਿਕਲਿਆ ਤੇ ਛੁਪਿਆ ਰੁਸਤਮ ਨਿਕਲਿਆ ਸਾਡੇ ਦੇਸ਼ ਦੇ ਵਿੱਚ, ਔਰ ਨਿਕਲਿਆ ਵੀ ਕਿਤੋਂ ਆ? ਪੂਰੇ ਬੈਕਵਰਡ, ਜਿਹਨੂੰ ਆਪਾਂ ਕਹਿ ਦਿੰਦੇ ਪੂਰੇ ਬੈਕਵਰਡ ਇਲਾਕੇ ਝਾਰਖੰਡ ਚੋਂ ਜੀ। ਝਾਰਖੰਡ ਦਾ ਇਹ ਪਿੰਡ, ਇਹਦਾ ਨਾਂ ਆ ਕਰਮਾਟਾਂਡ। ਇਹ ਪੈਂਦਾ ਜਮਤਾਰਾ ਜ਼ਿਲ੍ਹੇ ਦੇ ਵਿੱਚ। ਇੱਥੋਂ ਇੱਕ ਮੁੰਡੇ ਨੂੰ ਫੜਿਆ ਗਿਆ, ਉਹਦਾ ਨਾਂ ਸਲੀਮ ਆ। ਵੈਸੇ ਉਹ 10 ਜਮਾਤਾਂ ਪੜ੍ਹਿਆ, ਕੁੱਲ 10 ਜਮਾਤਾਂ ਪੜ੍ਹਿਆ, ਕਾਹਦਾ ਕੜਿਆ ਹੀ ਆ, ਜਿੰਨਾ ਵੀ ਉਹ ਕੜ ਕੇ ਮਲਾਈ ਆ ਸਮਝ ਲਓ। ਉਸ ਬੰਦੇ ਨੇ ਆਪਣੇ ਇੱਕ ਟੁੱਟੇ ਜਿਹੇ ਘਰ ਦੇ ਵਿੱਚ ਇੱਕ ਰੂਮ 'ਚ ਸਭ ਕੁਛ ਉੱਥੇ ਸੈਟਅਪ ਕੀਤਾ ਹੋਇਆ ਸੀਗਾ ਜੀ। ਦੱਸਦੇ ਕਿ ਦਰਜਨ ਤੋਂ ਉੱਤੇ ਮੋਬਾਈਲ ਸਨ ਉਹਦੇ ਕੋਲ, ਜਿਹਦੇ ਜ਼ਰੀਏ ਉਹ ਕਾਲਿੰਗ ਕਰਦਾ। ਉਸ ਤੋਂ ਇਲਾਵਾ ਸਾਰਾ ਇੰਟਰਨੈਟ ਦਾ ਸੈਟਅਪ ਉਹਦੇ ਕੋਲ ਸੀ। ਉਹ ਠੱਗੀ ਬੜੇ ਨਾਯਾਬ ਤਰੀਕੇ ਨਾਲ ਮਾਰਦਾ। ਜਿਵੇਂ ਉਹ ਪਹਿਲਾਂ ਆਪਣਾ ਸ਼ਿਕਾਰ ਤਕਾਉਂਦਾ ਕਿ ਆਹ ਬੰਦਾ ਸੂਤ ਆ ਸਕਦਾ, ਇਹ ਟੇਕੇ ਚੜ੍ਹ ਸਕਦਾ। ਫਿਰ ਉਹਨੂੰ ਕਾਲ ਕਰਦਾ, ਕਾਲ ਕਰਕੇ ਕਹਿੰਦਾ ਕਿ ਤੇਰਾ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਹੈ ਜਿਹੜਾ ਉਹ ਬਲੌਕ ਹੋ ਗਿਆ। ਤਾਂ ਉਹਦੀ ਜਿਹੜੀ ਬਲੌਕਿੰਗ ਹੈ ਖੋਲ੍ਹਣ ਲਈ ਤੁਹਾਨੂੰ OPT ਜਾਂ ਤੁਹਾਨੂੰ ਉਹਦਾ ਪਿੰਨ ਕੋਡ ਦੇਣਾ ਪਵੇਗਾ ਜੀ। ਤੇ ਕਿਤੇ ਕਿਤੇ ਚਲੋ ਅੱਗੋਂ ਕੋਈ ਇਹੋ ਜਿਹਾ ਵੀ ਟੱਕਰ ਪੈਂਦਾ, ਸੰਦ ਨੂੰ ਸੰਦ ਟੱਕਰ ਪੈਂਦਾ, ਉੱਥੇ ਤੇ ਗੱਲ ਨਾ ਬਣਦੀ। ਪਰ ਆਮ ਤੌਰ ਤੇ ਉਹ ਦਿਨ ਦੇ ਵਿੱਚ ਇਸ ਤਰ੍ਹਾਂ ਕਈ ਗੱਲਾਂ ਕਰਕੇ ਕੁਛ ਨਾ ਕੁਛ ਸ਼ਿਕਾਰ ਲੱਭ ਲੈਂਦਾ ਸੀਗਾ। ਏਦਾਂ ਹੀ ਕੋਈ ਸ਼ਿਕਾਰ ਹੋਇਆ, ਫਿਰ ਉਹਨੇ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ਤੇ ਇਸ ਛੋਟੇ ਜਿਹੇ ਪਿੰਡ ਦੇ ਵਿੱਚੋਂ ਜਾ ਕੇ ਉਸ ਮੁੰਡੇ ਨੂੰ ਫੜਿਆ ਗਿਆ ਜੀ। ਜਦੋਂ ਫੜਿਆ ਗਿਆ ਤੇ ਉਸ ਪਿੰਡ ਦੇ ਵਿੱਚੋਂ ਪੁਲਿਸ ਨੇ ਜਦੋਂ ਜਾਣਕਾਰੀ ਜਟਾਉਣੀ ਸ਼ੁਰੂ ਕੀਤੀ ਤਾਂ ਗੱਲ ਖੁੱਲਦੀ ਇੱਥੇ ਆ ਗਈ ਕਿ ਉੱਥੇ ਤੇ 200 ਮੁੰਡੇ ਇਸ ਧੰਦੇ 'ਚ ਲੱਗੇ ਹੋਏ ਸਨ, ਛੋਟੇ ਜਿਹੇ ਪਿੰਡ 'ਚੋਂ। ਔਰ ਫਿਰ ਪੁਲਿਸ ਜਦੋਂ ਤਹਿ ਤੱਕ ਪਹੁੰਚੀ ਸਾਰੀ ਕਹਾਣੀ ਦੇ, ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਭਾਰਤ 'ਚੋਂ ਹੁੰਦੀਆਂ ਜੀ, ਉਹਨਾਂ 'ਚੋਂ ਅੱਧੀਆਂ ਇਸੇ ਪਿੰਡ 'ਚੋਂ ਹੁੰਦੀਆਂ ਸਨ। ਯਾਨੀ ਡਿਜੀਟਲ ਇੰਡੀਆ, ਉਹ ਜਿਹੜਾ ਅੱਧਾ ਡਿਜੀਟਲ ਇੰਡੀਆ ਇੱਕੋ ਪਿੰਡ 'ਚ ਹੀ ਰਹਿੰਦਾ ਸੀਗਾ ਜੀ। ਸੋ ਹੁਣ ਉਸ ਪਿੰਡ ਦੇ ਵਿੱਚੋਂ ਇਹਨਾਂ ਬੰਦਿਆਂ ਬਾਰੇ, ਇਹ ਜਿਹੜੇ ਠੱਗ ਕਿਸਮ ਦੇ ਲੋਕ ਸੀਗੇ, ਇਹਨਾਂ ਬਾਰੇ ਜਾਣਕਾਰੀਆਂ ਜੁਟਾ ਕੇ ਪੁਲਿਸ ਲਗਾਤਾਰ ਛਾਨਬੀਨ ਕਰਦੀ ਪਈ ਹੈ ਕਿ ਕੌਣ ਜੁੜੇ ਸਨ ਜਾਂ ਹੋਰ ਕੌਣ ਸਨ ਇਸ ਧੰਦੇ ਦੇ ਵਿੱਚ। ਪਰ ਇਹਨਾਂ ਠੱਗੀਆਂ ਬਹੁਤ ਮਾਰੀਆਂ। ਉੱਦਾਂ ਇਹੋ ਜਿਹੀਆਂ ਠੱਗੀਆਂ ਜਿਹੜੀਆਂ ਉਹ ਪੜ੍ਹੇ ਲਿਖੇ ਲੋਕ ਵੀ ਖਾ ਗਏ ਆ। ਇੱਥੇ ਸਾਡੇ ਇੱਕ ਟੀਚਰ ਸੀ, ਮੈਡਮ ਸੀ, ਜਿਹਨੂੰ ਆਪਾਂ ਭੈਣ ਜੀ ਕਹਿੰਦੇ ਨੇ ਸਕੂਲਾਂ 'ਚ, ਉਹ ਭੈਣ ਜੀ ਸਨ। ਉਹ ਪੜ੍ਹਾਉਂਦੇ ਸੀਗੇ ਤੇ 1.5 ਲੱਖ ਰੁਪਏ ਦੀ ਏਦਾਂ ਹੀ ਠੱਗੀ ਉਹਨਾਂ ਨੇ ਖਾਧੀ। ਕਿਸੇ ਨੂੰ ਉਹਨਾਂ ਨੇ ਪਿੰਨ ਕੋਡ ਦੇ ਦਿੱਤਾ, ਹੋ ਸਕਦਾ ਹੈ ਕਿਸੇ ਡਿਜੀਟਲ ਪਿੰਡ ਦੇ ਵਿੱਚੋਂ ਹੀ ਕਾਲ ਆਈ ਹੋਵੇ। ਉਹਨਾਂ ਨੇ ਵੀ ਇਸੇ ਤਰ੍ਹਾਂ ਮੈਡਮ ਤੋਂ ਪਿੰਨ ਕੋਡ ਲੈ ਲਿਆ ਸੀ ਔਰ ਉਹਨੇ ਬੜੀ ਆਸਾਨੀ ਨਾਲ ਪਿੰਨ ਕੋਡ ਦੇ ਦਿੱਤਾ ਸੀਗਾ। ਪਿੰਨ ਕੋਡ ਦੇਣ ਤੋਂ ਬਾਅਦ 1.5 ਲੱਖ ਰੁਪਇਆ ਸੀਗਾ ਜਿਹੜਾ ਉਹ ਉਹਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਵਿੱਚੋਂ ਕੱਟਿਆ ਗਿਆ ਸੀਗਾ, ਨਿਕਲ ਗਿਆ, ਨਿਕਾਸੀ ਹੋ ਗਈ। ਸੋ ਇਸ ਤਰ੍ਹਾਂ ਦੀਆਂ ਠੱਗੀਆਂ ਜਿਹੜੀਆਂ ਉਹ ਪੜ੍ਹੇ ਲਿਖੇ ਲੋਕਾਂ ਨਾਲ ਵੀ ਇੱਥੇ ਹੋ ਜਾਂਦੀਆਂ। ਸੋ ਅਸੀਂ ਇਹ ਸਮਝਦੇ ਸਾਂ ਕਿ ਇਸ ਤਰ੍ਹਾਂ ਦੀਆਂ ਠੱਗੀਆਂ, ਜਿਹੜੇ ਇਸ ਤਰ੍ਹਾਂ ਦੇ ਠੱਗਬਾਜ਼ ਆ ਜਿਹੜੇ ਉਹ ਬਾਹਰ ਬੈਠੇ ਆ। ਇੱਥੇ ਜਿਵੇਂ ਮੈਂ ਤੁਹਾਨੂੰ ਆਖਿਆ ਕਿ ਕੰਧ ਓਲੇ ਕੰਧਾਰ ਓਲੇ, ਇੱਥੇ ਸਾਡੀ ਕੰਧ ਓਲੇ ਵੀ ਇਸ ਤਰ੍ਹਾਂ ਦੇ ਚੋਰ ਬੈਠੇ ਆ। ਜੀ ਮਿੰਟੂ ਜੀ,
ਬਲਕਿ ਅਸੀਂ ਦੇਖਿਆ ਇੱਥੇ ਜਿਹੜੀਆਂ ਇੱਦਾਂ ਦੀਆਂ ਸਕੈਮ ਦੀਆਂ ਕਾਲਾਂ ਇੱਧਰ ਵੀ ਬਹੁਤ ਆਉਂਦੀਆਂ, ਅਤੇ ਮਾੜੀ ਗੱਲ ਇਹ ਆ ਵੀ ਜ਼ਿਆਦਾਤਰ ਉਸ ਜਿਹੜੇ ਮਹਾਦੀਪ ਤੋਂ ਤੁਹਾਡੇ ਵਾਲੇ ਪਾਸਿਓਂ ਜਿਹੜੇ ਜ਼ਿਆਦਾ ਲੋਕ ਨਾ ਤੰਗ ਕਰਦੇ ਰਹਿੰਦੇ ਨੇ, ਬਣ ਕੇ ਕਾਲ ਕਰਦੇ ਨੇ, ਨਾਮ ਅੰਗਰੇਜ਼ਾਂ ਨਾਲ ਦੱਸਦੇ ਨੇ, ਪਰ ਜਦੋਂ ਬੋਲਦੇ ਨੇ ਫਿਰ ਪਤਾ ਲੱਗ ਜਾਂਦਾ ਹੈ। ਮੈਨੂੰ ਲੱਗਦਾ ਮੁੰਬਈ ਦੇ ਵਿੱਚੋਂ ਵੀ ਰਾਜ ਕਰਨਵੀਰ ਸਿੰਘ ਜੀ ਇੱਕ ਰੈਕਟ ਨਹੀਂ ਫੜਿਆ ਗਿਆ ਜਿਨ੍ਹਾਂ ਨੇ ਅਮਰੀਕਾ 'ਚ ਬਹੁਤ ਠੱਗੀਆਂ ਮਾਰੀਆਂ ਸੀ। ਅਮਰੀਕਾ ਪੁਲਿਸ ਨੇ ਜਾ ਕੇ ਸ਼ਾਇਦ ਉਹਨਾਂ ਨੇ ਫੜਿਆ ਸੀਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਪ੍ਰਿਯੰਕਾ ਉਰਫ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਨੇ ਅਖੀਰਲੀ ਚੇਤਾਵਨੀ ਦਿੱਤੀ ਆ। ਉਧਰ ਸਾਬਕਾ ਪਤੀ ਪੁਲਿਸ ਦੀ ਸ਼ਰਨ 'ਚ ਪਹੁੰਚਿਆ। ਦੇਖੋ, ਹਰਿਆਣਾ ਪੁਲਿਸ ਜੋ ਕਰਦੀ ਪਈ ਆ ਤੁਹਾਡੇ ਸਾਹਮਣੇ ਹੀ ਆ। ਉਹ ਬਸ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਤੇ ਹੱਥ ਧੋ ਕੇ ਰੋਟੀ ਖਾ ਛੱਡਦੀ ਹੈ, ਹੋਰ ਕੁਛ ਨਹੀਂ ਕਰਦੀ ਜੀ। ਰੋਟੀ ਖਾ ਛੱਡਦੀ ਹੈ ਜਾਂ ਵੱਧ ਤੋਂ ਵੱਧ ਧੱਕੇ ਖਾ ਛੱਡਦੀ, ਕਦੇ ਰਾਜਸਥਾਨ 'ਚ ਚਲੇ ਗਈ, ਕਦੇ ਨੇਪਾਲ 'ਚ ਚਲੇ ਗਈ। ਹੋਰ ਇਸ ਤੋਂ ਇਲਾਵਾ ਕੋਈ ਉਹਦੇ ਕੋਲ ਕੰਮ ਨਹੀਂ ਹੈਗਾ, ਨਾ ਹੀ ਉਹ ਮੈਨੂੰ ਲੱਗਦਾ ਕਰਨ ਦੀ ਯੋਗਤਾ ਰੱਖਦੀ ਆ ਉਹ ਪੁਲਿਸ। ਉੱਥੇ ਏਡੀ ਬੀਬੀ ਪੁਲਿਸ ਆ, ਮੇਰੇ ਖਿਆਲ ਦੇ ਨਾਲ ਠੀਕ ਆ, ਜਿੱਥੇ ਲੱਗੀ ਹੈ ਠੀਕ ਲੱਗੀ ਆ। ਕਿਉਂਕਿ ਜੇ ਇਹ ਤੋਂ ਵੱਡਾ ਉਹਨੂੰ ਕੋਈ ਕੇਸ ਮਿਲ ਗਿਆ ਤਾਂ ਮੇਰੇ ਖਿਆਲ ਦੇ ਨਾਲ ਉਹ ਤੇ ਸਾਰੀ ਜਿਹੜੀ ਸਰਵਿਸ ਹੈ ਪੁਲਿਸ ਦੀ ਉਹ ਉਸੇ ਕੇਸ ਦੇ ਵਿੱਚ ਉਲਝ ਕੇ ਰਹਿ ਜਾਏਗੀ ਜੀ, ਜਿੰਨੀ ਉਹ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਉਂਦੇ ਪਏ ਆ। ਮੈਂ ਤੇ ਇਹ ਦੁਆ ਕਰਦਾ ਕਿ ਕੋਈ ਵੱਡਾ ਕੇਸ ਨਾ ਮਿਲ ਜਾਵੇ ਇਹਨਾਂ ਨੂੰ। ਛੋਟਾ ਜਿਹਾ ਕੇਸ ਨਹੀਂ ਉਹਦਾ ਤੋਂ ਸੂਤ ਆਉਂਦਾ ਪਿਆ। ਹੁਣ ਇਹਨਾਂ ਨੇ ਅੱਜ ਆਖਿਆ ਕਿ ਦੇਖ ਬੀਬੀ, ਉਹ ਜਿਵੇਂ ਆਪਣੇ ਇੱਕ ਚੁਟਕਲਾ ਨਹੀਂ ਬਣਿਆ ਪੰਜਾਬੀ 'ਚ ਕਿ ਤਨਖਾਹ ਵਧਾ ਦੇ, ਨਹੀਂ ਤੇ ਤਨਖਾਹ ਵਧਾ ਦੇ, ਨਹੀਂ ਤੇ ਨਹੀਂ ਤੇ ਨਹੀਂ ਤੇ ਨਹੀਂ ਤੇ ਫਿਰ ਮੈਂ ਉਸੇ ਤਨਖਾਹ ਤੇ ਭਾਂਡੇ ਮਾਂਜੀ ਜਾਊਂਗਾ। ਉਹ ਹਾਲ ਹੈ ਇਹਨਾਂ ਦਾ। ਇਹ ਕਹਿੰਦੇ ਆ ਜੀ ਤੂੰ ਪੇਸ਼ ਹੋ ਜਾ, ਪੇਸ਼ ਹੋ ਜਾ, ਨਹੀਂ ਤੇ ਨਹੀਂ ਤੇ ਨਹੀਂ ਤੇ ਅਸੀਂ ਭਗੌੜਾ ਕਰਾਰ ਦੇ ਦਿਆਂਗੇ। ਭਗੌੜਾ ਕਰਾਰ ਦਿਓ, ਭਗੌੜੀ ਕਰਾਰ ਦਿਓ, ਕੀ ਫਰਕ ਪੈਂਦਾ? ਉਹ ਤੇ ਭੱਜੀ ਹੋਈ ਫਿਰਦੀ ਹੈ ਨਾ। ਉਹ ਤੇ ਪੀਟੀ ਊਸ਼ਾ ਵਾਂਗੂ ਖੜਦੀ ਨਹੀਂ ਕਿਤੇ, ਉਹ ਤੇ ਤੁਰੀ ਫਿਰਦੀ ਹੈ। ਉਹ ਤੇ ਬਣੀ ਹੈ ਦੌੜਾਕ ਪੂਰੀ। ਔਰ ਕਮਾਲ ਦੀ ਗੱਲ ਤੇ ਇਹ ਕਿ ਜਿੱਥੇ ਇਹ ਗਏ ਆ ਦਫ਼ਤਰ ਦੇ ਵਿੱਚ, ਕਿਉਂਕਿ ਜਿਹੜੇ ਵਕੀਲ ਨੇ ਦਾਅਵਾ ਕੀਤਾ ਸੀਗਾ ਕਿ ਮੇਰੇ ਦਫ਼ਤਰ 'ਚ ਆਈ ਆ, ਉੱਥੇ ਜਾ ਕੇ ਇਹਨਾਂ ਨੇ CCTV ਕੈਮਰੇ ਵੀ ਖੰਗਾਲੇ ਆ, ਉਹਦੇ 'ਚ ਵੀ ਕੱਖ ਨਹੀਂ ਇਹਨਾਂ ਨੂੰ ਨਜ਼ਰ ਆਇਆ। ਉਹ ਲੱਗਦਾ ਕਿ ਵਕੀਲ ਵੀ ਕੋਈ ਦਲੀਲ ਚੰਗੀ ਤਗੜੀ ਦੇ ਗਿਆ, ਲੈਂਟਰ ਕੋਈ ਚੰਗਾ ਪੱਕਾ ਹੀ ਪਾ ਗਿਆ। ਕਿਉਂਕਿ ਉਹਨੇ ਜਾ ਕੇ ਅਦਾਲਤ 'ਚ ਕਿਹਾ ਸੀਗਾ ਕਿ ਜੀ ਉਹ ਲਾਜਪਤ ਰਾਏ ਨਗਰ ਸਥਿਤ ਮੇਰੇ ਦਫ਼ਤਰ 'ਚ ਆਈ ਪਤਾ ਨਹੀਂ ਕਿੱਥੇ ਆ ਜਾਂ ਕਿੱਥੇ ਇਹ ਗਿਆ, ਪਰ ਉਹ ਉੱਥੇ ਆ ਕੇ CCTV ਵਗੈਰਾ ਕੈਮਰੇ ਜਿੰਨੇ ਸੀਗੇ ਉਹ ਖੰਗਾਲ ਕੇ ਚਲੇ ਗਏ ਆ। ਉਹਨਾਂ ਨੂੰ ਉੱਥੋਂ ਕੋਈ ਸਬੂਤ ਨਹੀਂ ਮਿਲਿਆ। ਦੂਜੀ ਗੱਲ ਜਿਹੜੀ ਇਹਦੇ ਪਤੀ ਵਾਲੀ ਆ, ਸਾਬਕਾ ਪਤੀ ਕਹੀਏ ਤੇ ਵੈਸੇ ਚੰਗੀ ਗੱਲ ਆ, ਸਾਬਕਾ ਪ੍ਰਾਹੁਣਾ ਇਹਦਾ ਜਿਹੜਾ, ਉਹ ਵਿਸ਼ਵਾਸ ਗੁਪਤਾ ਅੱਜ ਕਰਨਾਲ ਉਸ ਕੋਲ ਚਲੇ ਗਿਆ। ਉਹਦੇ ਮੱਥੇ ਤੋਂ ਪਸੀਨਾ ਸੁੱਕਦਾ ਹੀ ਨਹੀਂ ਪਿਆ ਉਹ ਬੰਦਾ। ਉਹ ਤੇ 3 ਵਾਰੀ ਤੇ ਦੰਦਲ ਉਹਨੂੰ ਪ੍ਰੈਸ ਕਾਨਫਰੰਸ ਕਰਦੇ ਹੀ ਪੈ ਗਈ ਸੀ, ਕਹਿੰਦਾ ਹਾਏ ਪ੍ਰੇਮੀਆਂ ਨੇ ਨਹੀਂ ਛੱਡਣਾ ਮੈਨੂੰ, ਪ੍ਰੇਮੀਆਂ ਨੇ ਨਹੀਂ ਛੱਡਣਾ। ਤੇ ਬੰਦਾ ਪੁੱਛੇ ਤੈਨੂੰ ਕਿਸੇ ਵੈਦ ਨੇ ਦੱਸਿਆ ਸੀ ਤੂੰ ਪ੍ਰੈਸ ਕਾਨਫਰੰਸ ਕਰ? ਚੁੱਪ ਕਰਕੇ ਬੈਠਾ ਰਹੇ। ਸਾਰੀ ਕਹਾਣੀ ਲੋਕਾਂ ਨੂੰ ਪਤਾ ਹੀ ਹੈ। ਤੂੰ ਜਦੋਂ ਅਦਾਲਤ ਦੇ ਵਿੱਚ ਜਾ ਕੇ ਰੇਟੀ ਪਾਈ ਹੋਈ ਆ ਤੇ ਫਿਰ ਆਹ ਰੱਟਾ ਪਾਉਣ ਦਾ ਕੀ ਫਾਇਦਾ ਸੀਗਾ? ਹੁਣ ਪਹਿਲਾਂ ਤੇ ਪ੍ਰੈਸ ਕਾਨਫਰੰਸ ਕਰ ਗਿਆ, ਉੱਥੋਂ ਤਾਤਾ ਕਰਕੇ ਬੁਰੀ ਤਰ੍ਹਾਂ ਨਿਕਲਿਆ। ਫਿਰ ਬਾਅਦ ਦੇ ਵਿੱਚ ਇਹ ਖਬਰ ਆ ਗਈ ਕਿ ਜਾਂਦੇ ਹੋਏ ਇਹਦੇ ਤੇ ਹਮਲਾ ਹੋ ਗਿਆ। ਡਰਾਈਵਰ ਨੇ ਕਹਿੰਦਾ ਜੀ ਸਾਡੇ ਤੇ ਹਮਲਾ ਹੋਇਆ। ਫਿਰ ਇਹ ਕਹਿੰਦਾ ਜੀ ਨਹੀਂ, ਉਹ ਤੇ ਡਰਾਈਵਰ ਨਾਲ ਤੂੰ ਮੈਂ ਹੋਈ ਸੀ, ਕੋਈ ਇਹੋ ਜਿਹੀ ਗੱਲ ਨਹੀਂ। ਅੱਜ ਇਹ ਫਿਰ ਕਰਨਾਲ ਪੁਲਿਸ ਕੋਲ ਜਾ ਕੇ ਬਹਿ ਗਿਆ, ਕਹਿੰਦਾ ਜੀ ਮੈਨੂੰ ਤੇ ਬਚਾਓ, ਮੈਨੂੰ ਤੇ ਧਮਕੀਆਂ ਮਿਲਦੀਆਂ, ਮੈਨੂੰ ਤੇ ਪ੍ਰੇਮੀਆਂ ਨੇ ਛੱਡਣਾ ਨਹੀਂ। ਪ੍ਰੇਮੀਆਂ ਨੇ ਇਹਨੂੰ ਪਤਾ ਨਹੀਂ ਕੁਛ ਆਖਿਆ ਜਾਂ ਨਹੀਂ ਆਖਿਆ, ਪਰ ਇੱਕ ਚਿੱਠੀ ਦਾ ਬਹੁਤ ਰੌਲਾ ਪੈਣ ਡਿਆ। ਉਹ ਚਿੱਠੀ ਮੇਰੇ ਖਿਆਲ ਦੇ ਨਾਲ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਵੀ ਲਈ ਹੋਣੀ ਹੈ, ਪੜ੍ਹ ਵੀ ਲਈ ਹੋਣੀ ਆ ਕਿ ਸਿੱਧੇ ਤੌਰ ਤੇ ਉਸ ਚਿੱਠੀ 'ਚ ਮੀਡੀਆ ਨੂੰ ਧਮਕੀ ਦਿੱਤੀ ਗਈ ਆ। ਔਰ ਮੀਡੀਆ ਦੇ ਨਾਲ ਨਾਲ ਉਹਨਾਂ ਸੱਜਣਾ ਨੂੰ ਵੀ ਧਮਕੀ ਦਿੱਤੀ ਗਈ ਹੈ ਜਿਹੜੇ ਪਹਿਲਾਂ ਡੇਰੇ ਦੇ ਪੈਰੋਕਾਰ ਹੁੰਦੇ ਸਨ, ਅੱਜ ਕੱਲ ਉਹ ਡੇਰੇ ਦੇ ਬਹੁਤ ਸਿਰੇ ਦੇ ਆਲੋਚਕ ਵਿਰੋਧੀ ਆ। ਉਹਨਾਂ ਦੇ ਨਾਂ ਲਿਖ ਕੇ ਕਿਹਾ ਗਿਆ ਕਿ ਜਿਹੜਾ ਸਾਡਾ ਕੁਰਬਾਨੀ ਗਾਇਆ ਗਿਆ ਜੇ ਕੁਰਬਾਨੀ ਦਸਤਾ, ਉਹ ਕਹਿੰਦੇ ਕਿ ਕੁਰਬਾਨੀ ਦਸਤਾ ਜਿਹੜਾ ਉਹ ਤੇ ਹੁਣ ਜਿਉਂਦੀਆਂ ਲਾਸ਼ਾਂ ਬਣ ਚੁੱਕਾ, ਕਿਉਂਕਿ ਉਹਨਾਂ ਦਾ ਗੁਰੂ ਤੇ ਜਿਹੜਾ ਉਹ ਤੁਸੀਂ ਜੇਲ੍ਹ ਦੇ ਵਿੱਚ ਘੱਲ ਦਿੱਤਾ। ਪਹਿਲਾਂ ਸਾਡੇ ਨਾਲ ਕੈਪਟਨ ਸਰਕਾਰ ਨੇ ਧੋਖਾ ਕੀਤਾ ਸੀ, ਹੁਣ ਭਾਜਪਾ ਸਰਕਾਰ ਧੋਖਾ ਕਰ ਗਈ ਆ ਤੇ ਅਸੀਂ ਹੁਣ ਚੁਣ ਕੇ ਮਾਰਾਂਗੇ, ਅਸੀਂ ਤੇ ਮਰੇ ਹੀ ਪਏ ਹਾਂ। ਇਹ ਚਿੱਠੀ ਨੂੰ ਲੈ ਕੇ ਵੀ ਬਹੁਤ ਵੱਡਾ ਰੌਲਾ ਪੈ ਗਿਆ। ਹਰਿਆਣਾ ਪੁਲਿਸ ਨੇ ਆਖਿਆ ਕਿ ਅਸੀਂ ਇਹਦੀ ਵੀ ਪੜਤਾਲ ਕਰਾਂਗੇ ਜੀ, ਕਿਉਂਕਿ ਹੋਰ ਹੜਤਾਲ ਤਾਂ ਕਰਨ ਉਹ ਪੜਤਾਲ ਹੀ ਕਰੀ ਜਾਂਦੇ ਆ। ਉਹ ਕਹਿੰਦੇ ਜੀ ਅਸੀਂ ਇਹਦੀ ਵੀ ਪੜਤਾਲ ਕਰਾਂਗੇ। ਚਲੋ, ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਪੜਤਾਲ ਕਰਾਂਗੇ, ਨਾਲ ਦੀ ਨਾਲ ਜਿਹੜੀ ਸਾਧਨੀ ਦੇ ਪਾਸਨਾ ਹੈ ਉਹਦਾ ਬਿਆਨ ਆ ਗਿਆ। ਕਹਿੰਦੀ ਜੀ ਸਾਡਾ ਕੋਈ ਕੁਰਬਾਨੀ ਗੈਂਗ ਨਹੀਂ, ਕੋਈ ਧਮਕੀ ਨਹੀਂ ਦਿੱਤੀ, ਇਹ ਪਤਾ ਨਹੀਂ ਕਿਹਦਾ ਕੰਮ ਹੈ ਕਿਹਦਾ ਨਹੀਂ ਕੰਮ ਹੈ, ਇਹ ਡੇਰੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਸੋ ਉਸ ਤੋਂ ਬਾਅਦ
ਉਹਨਾਂ ਦੀ ਜਦੋਂ ਸਫਾਈ ਆ ਗਈ, ਹਰਿਆਣਾ ਪੁਲਿਸ ਨੇ ਆਖਿਆ ਕਿ ਚਲੋ ਠੀਕ ਆ, ਅਸੀਂ ਮੰਨ ਲੈਂਦੇ ਹਾਂ, ਪਰ ਅਸੀਂ ਇਸ ਚਿੱਠੀ ਦੀ ਪੜਤਾਲ ਜ਼ਰੂਰ ਕਰਾਂਗੇ। ਪੜਤਾਲ ਹੋਣੀ ਵੀ ਚਾਹੀਦੀ ਹੈ। ਇਹ ਕੁਰਬਾਨੀ ਗੈਂਗ ਅਸਲੀ ਹੈ ਜਾਂ ਨਕਲੀ ਹੈ, ਜਿਹੜਾ ਮਰਜ਼ੀ ਇਹਨਾਂ ਨੂੰ ਕੱਲ ਨੂੰ ਫੜ ਕੇ ਜੇਲ੍ਹ 'ਚ ਸੁੱਟ ਕੇ ਤੇ ਆਖਣਾ ਚਾਹੀਦਾ ਕਿ ਆ ਬੈਠਾ ਤੁਹਾਡਾ ਗੁਰੂ, ਸੱਚਾ ਚਾਹੇ ਝੂਠਾ, ਜਾਂ ਕਰੀ ਚੱਲੋ ਕੁਰਬਾਨੀ, ਇਹਦੀ ਥਾਂ ਤੇ ਹੁਣ ਤੁਸੀਂ ਝਾੜੀ ਮਾਰੀ ਚੱਲੋ ਜੇਲ੍ਹ ਦੇ ਵਿੱਚ। ਕੁਰਬਾਨੀ ਕਰਨੀ ਹੈ ਨਾ, ਉਹਦੀ ਥਾਂ ਤੇ ਉੱਥੇ ਕੁਰਬਾਨੀ ਕਰੀ ਚੱਲੋ। ਪਰ ਜੋ ਹੁਣ ਤੱਕ ਹਰਿਆਣਾ ਪੁਲਿਸ ਨੇ ਅੱਜ ਭਗੌੜੇ ਵਾਲਾ ਕਿਹਾ, ਇਹ ਤੇ ਇੱਕ ਮਿੰਟ ਤਰਲਾ ਜਿਹਾ ਕਿ ਪੇਸ਼ ਹੋ ਜਾ, ਸਰੈਂਡਰ ਹੋ ਜਾ, ਨਹੀਂ ਤੇ ਅਸੀਂ ਤੈਨੂੰ ਭਗੌੜੀ ਕਰਾਰ ਦੇ ਦਿਆਂਗੇ ਜਾਂ ਭਗੌੜਾ ਕਰਾਰ ਦੇ ਦਿਆਂਗੇ। ਸੋ ਮੇਰੇ ਖਿਆਲ ਦੇ ਨਾਲ ਨਾ ਇਹਨਾਂ ਦੀ ਗੱਲ ਉਹਨੇ ਮੰਨਣੀ ਹੈ, ਨਾ ਕੰਮ ਸੂਤ ਹੋਣਾ। ਹਾਲ ਦੀ ਘੜੀ ਇਹ ਖਬਰ ਆ ਰਹੀ ਹੈ ਕਿ ਕਿਸੇ ਵੀ ਪਾਸੇ ਉਹਨੇ ਅੱਗੇ ਜਾ ਕੇ ਕਾਨੂੰਨੀ ਚਾਰਾਜੋਈ ਨਹੀਂ ਕੀਤੀ, ਨਾ ਹੀ ਸਰੈਂਡਰ ਕੀਤਾ। ਅਦਾਲਤ ਨੇ ਵੀ ਕਿਹਾ ਸੀਗਾ ਕਿ ਭਾਈ ਤੁਸੀਂ ਸਰੈਂਡਰ ਕਰ ਦਿਓ 12 ਘੰਟਿਆਂ ਦੇ ਅੰਦਰ ਅੰਦਰ। ਉਸ ਅਲਟੀਮੇਟਮ ਨੂੰ ਵੀ ਜਦੋਂ ਉਹਨਾਂ ਨੇ ਰੱਦ ਕਰ ਦਿੱਤਾ, ਇਹ ਹਰਿਆਣਾ ਪੁਲਿਸ ਦੀ ਕੋਮਲ ਜੀ ਧਮਕੀ ਤੋਂ ਕੀ ਡਰ ਲੱਗਿਆ। ਜਿਵੇਂ ਆਂਦੇ ਹੁੰਦੇ ਨੇ, ਇੱਕ ਕਹਾਵਤ ਆ ਕਿ ਕਪਟੀ ਦਾ ਬੋਲਿਆ ਕਸੂਤੀ ਦਾ ਤੋਲਿਆ ਕਦੇ ਪੂਰਾ ਨਹੀਂ ਹੁੰਦਾ। ਹਰਿਆਣਾ ਪੁਲਿਸ ਕਪਟੀ ਚਿਹਰਾ ਹੈ, ਔਰ ਉਸ ਕਪਟੀ ਚਿਹਰੇ ਚੋਂ ਨਿਕਲੇ ਬੋਲ ਬਹੁਤਾ ਪ੍ਰਭਾਵ ਨਹੀਂ ਛੱਡਦੇ। ਉਧਰ ਕਸੂਤੀ ਦਾ ਤੋਲਿਆ, ਯਾਨੀ ਕਸੂਤੀ ਹੁਣ ਤੁਹਾਨੂੰ ਪਤਾ ਹੀ ਹੈ, ਬਰਾਬਰ ਹੀ ਹੈ ਕੰਮ, ਬਰਾਬਰ ਖੇਡ ਚਲੀ ਜਾਂਦੀ ਹੈ। ਨਿਕਲਦਾ ਨਿਕਲਦਾ ਇਹਦੇ ਚ ਕੁਛ ਵੀ ਨਹੀਂ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਦੀ ਨੌਕਰੀ ਦੇ ਮਾਮਲੇ 'ਚ ਕਸੂਤੀ ਫਸੀ ਹੈ ਸਰਕਾਰ। ਇਹ ਤੇ ਕੰਮ ਗਲਤ ਹੋ ਗਿਆ ਨਾ। ਇਹਨਾਂ ਨੇ ਵਿਚਾਰਿਆਂ ਨੇ ਜਿਹੜੀ ਇਹ ਨੌਕਰੀ ਦੀ ਸ਼ੁਰੂਆਤ ਕੀਤੀ ਸੀ, ਘਰ ਘਰ ਤੋਂ ਨੌਕਰੀ, ਘਰ ਘਰ ਤੱਕ ਨੌਕਰੀ, ਉਹ ਬੇਅੰਤ ਸਿੰਘ ਦੇ ਗਰੀਬ ਜਿਹੇ ਪਰਿਵਾਰ ਚੋਂ ਕੀਤੀ ਹੈ, ਤੇ ਉਹ ਪਹਿਲੀ ਨੌਕਰੀ ਦਾ ਹੀ ਰੱਟਾ ਪੈ ਗਿਆ। ਇਹ ਗਲਤ ਹੋ ਰਿਹਾ। ਪਰ ਇਹ ਰੱਟਾ ਕਿਉਂ ਪਿਆ? ਇਹ ਰੱਟਾ ਇਸ ਕਰਕੇ ਪਿਆ ਕਿਉਂਕਿ ਇੱਕ ਤੇ ਚਲੋ ਜਿਹੜੇ ਇਹਨਾਂ ਨੇ ਨਿਯਮ ਤੋੜੇ ਮਰੋੜੇ ਸੀਗੇ, ਉਹ ਤੇ ਵੱਖਰੀ ਗੱਲ ਆ। ਹੋਇਆ ਕੀ ਹੈ ਕਿ ਜਿਹੜੇ ਉਹਦੇ ਦਸਤਾਵੇਜ਼ ਹੈ ਨਾ ਡਿਗਰੀ ਵਾਲੇ, ਉਹਨਾਂ ਨੇ ਵੀ ਸਿਆਪਾ ਪਾਤਾ ਕਸੂਤਾ। ਜਿਹੜਾ ਉਹ ਗੁਰੂ ਇਕਬਾਲ ਸਿੰਘ DSP ਬਣਿਆ, ਹਾਲੇ ਉਹਦੇ ਤਾਰਿਆਂ ਵਾਲੇ ਚਾਅ ਪੂਰੇ ਹੋਏ ਨਹੀਂ ਗਏ। ਉਹਦੇ ਬਾਰੇ ਖਬਰ ਇਹ ਆਉਣ ਡਈ ਆ ਕਿ ਉਹਦੀ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਹੈ, ਉਹਦੇ ਵਿੱਚ ਇਹ ਦਰਜ ਆ ਕਿ ਉਹਨੇ ਗ੍ਰੈਜੂਏਸ਼ਨ ਤਮਿਲਨਾਡੂ ਦੀ ਪੈਰੀਆਰ ਯੂਨੀਵਰਸਿਟੀ ਹੈ ਉਹਦੇ ਤੋਂ ਕੀਤੀ ਹੈ। ਪੈਰੀਆਰ ਯੂਨੀਵਰਸਿਟੀ, ਔਰ ਜਿਹੜੀ ਉਹ ਪੈਰੀਆਰ ਯੂਨੀਵਰਸਿਟੀ ਹੈ ਉਹਦੇ ਚ ਜਿਹੜੇ ਉਹਨੇ ਐਗਜ਼ਾਮ ਦਿੱਤੇ ਆ, ਉਹ ਉਸ ਯੂਨੀਵਰਸਿਟੀ ਚ ਨਹੀਂ ਦਿੱਤੇ, ਬਲਕਿ ਯੂਨੀਵਰਸਿਟੀ ਦਾ ਇੱਕ ਸੈਂਟਰ ਸੀ ਦਿੱਲੀ ਦੇ ਵਿੱਚ, ਉੱਥੇ ਜਾ ਕੇ ਉਹਨੇ ਪੇਪਰ ਦੇ ਦਿੱਤੇ। ਇਹ ਵੀ ਜੁਗਤਬੰਦੀ ਅੱਜ ਕੱਲ੍ਹ ਚੱਲਦੀ ਹੈ ਨਾ, ਬਹੁਤ ਵੱਖਰੇ ਕਿਸਮ ਦੀ ਜੁਗਤਬੰਦੀ ਹੈ। ਸੋ ਉਸ ਸੈਂਟਰ ਦੇ ਵਿੱਚ ਦੇਖ ਕੇ ਜਨਾਬ ਉਹਦੀ 2 ਸਾਲਾਂ ਚ ਗ੍ਰੈਜੂਏਸ਼ਨ ਕਰਦੇ ਆ। ਹੁਣ ਇੱਥੇ ਪੰਗਾ ਪੈ ਜਾਂਦਾ ਹੈ। ਪੰਗਾ ਕੀ ਪੈ ਜਾਂਦਾ ਆ ਕਿ ਜਿਹੜੀ UGC ਦੀ ਗਾਈਡਲਾਈਨ ਆ, ਉਹਦੇ ਮੁਤਾਬਕ 2010 ਤੋਂ ਬਾਅਦ ਇਹ ਗਾਈਡਲਾਈਨ ਤੈਅ ਕਰਦੀ ਹੈ ਕਿ ਕੋਈ ਵੀ ਯੂਨੀਵਰਸਿਟੀ ਆਪਣੇ ਕੈਂਪਸ ਤੋਂ ਬਾਹਰ ਕੋਈ ਸੈਂਟਰ ਚਲਾ ਨਹੀਂ ਸਕਦੀ। ਤੇ ਜੇ ਕੋਈ ਉਹਦੇ ਚ ਪੇਪਰ ਦੇ ਕੇ ਡਿਗਰੀ ਕਰਦਾ, ਡਿਗਰੀ ਉਹ ਲਈ ਫਿਰੇ, ਆਪਣੇ ਚਾਅ ਦੁਲਾਰ ਪੂਰੇ ਕਰ ਲਵੇ, ਪਰ ਉਸ ਡਿਗਰੀ ਦੀ ਯੋਗਤਾ ਤੇ ਉਹ ਸਰਕਾਰੀ ਨੌਕਰੀ ਲਈ ਅਪਲਾਈ ਨਹੀਂ ਕਰ ਸਕਦਾ। ਇਹ UGC ਦੀ ਗਾਈਡਲਾਈਨ ਹੈ। ਔਰ ਤੁਹਾਨੂੰ ਸ਼ਾਇਦ ਯਾਦ ਹੋਣਾ, ਸਾਡੇ ਇੱਥੇ ਮੇਰੇ ਖਿਆਲ ਦੇ ਨਾਲ 192 ਸੀਗੇ ਉਹ ਨੌਜਵਾਨ, 192 ਨੌਜਵਾਨ ਸੀ ਜਿਨ੍ਹਾਂ ਦੀ ਕਲਰਕ ਲਈ ਚੋਣ ਹੋਈ ਸੀਗੀ। ਉਦੋਂ ਕਲਰਕ ਭਰਤੀ ਕੀਤੇ ਸਨ ਪੰਜਾਬ ਦੇ ਵਿੱਚ, ਤੇ 192 ਨੌਜਵਾਨਾਂ ਨੂੰ ਇਸੇ ਕਰਕੇ ਕੱਢ ਦਿੱਤਾ ਗਿਆ ਸੀਗਾ। ਕਿਉਂਕਿ ਉਹਨਾਂ ਨੇ ਉਹਨਾਂ ਸੈਂਟਰਾਂ ਦੇ ਵਿੱਚ ਪੇਪਰ ਦਿੱਤੇ ਸਨ ਜੋ ਯੂਨੀਵਰਸਿਟੀ ਤੋਂ ਬਾਹਰ ਚੱਲਦੇ ਸੀ ਜੀ। ਕਿਉਂਕਿ ਇਹਦੇ ਚ UGC ਨੇ ਸਾਫ਼ ਕੀਤਾ ਹੋਇਆ ਕਿ ਜਿਹੜੇ ਯੂਨੀਵਰਸਿਟੀ ਤੋਂ ਬਾਹਰ ਸੈਂਟਰ ਚੱਲਦੇ ਆ, ਉਹਨਾਂ ਚ ਜਿਹੜੀਆਂ ਡਿਗਰੀਆਂ ਕੀਤੀਆਂ ਉਹਨਾਂ ਦੀ ਵੈਲਿਊ ਕੱਖ ਨਹੀਂ ਹੈਗੀ। ਤਾਂ ਇਹਦੇ ਲਿਹਾਜ਼ ਨਾਲ ਇਹ ਸਿੱਧੇ ਤੌਰ ਤੇ ਜੋ ਭਰਤੀ ਹੈ ਉਹ ਨਜਾਇਜ਼ ਸਾਬਤ ਹੋ ਰਹੀ ਹੈ, ਨਜਾਇਜ਼ ਲੱਗਦੀ ਪਈ ਹੈ। ਹੁਣ ਇਹਨੂੰ ਅਜੇ ਤੱਕ ਕਿਸੇ ਨੇ ਕੋਰਟ ਦੇ ਵਿੱਚ ਚੁਣੌਤੀ ਨਹੀਂ ਦਿੱਤੀ, ਸਿੱਧੇ ਰੂਪ ਦੇ ਵਿੱਚ ਕਿਸੇ ਵੀ ਸਿਆਸੀ ਤਨਜ਼ੀਮ ਨੇ ਨਹੀਂ ਚੁਣੌਤੀ ਦਿੱਤੀ। ਪਰ ਜਿਸ ਤਰੀਕੇ ਦੀਆਂ ਹੁਣ ਖਬਰਾਂ ਬਾਹਰ ਨਿਕਲ ਰਹੀਆਂ, ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਕਿਤੇ ਨਾ ਕਿਤੇ ਚੈਲੰਜ ਹੋ ਜਾਣਾ ਕਿਸੇ ਨਾ ਕਿਸੇ ਅਦਾਲਤ 'ਚ। ਤੇ ਫਿਰ ਜਿਵੇਂ ਮੈਂ ਕਿਹਾ ਕਿ ਪਹਿਲੀ ਚੋਰੀ ਪਹਿਲਾ ਫਾਹ ਇਹਨਾਂ ਨੇ ਬੋਹਣੀ ਕੀਤੀ ਸੀ, ਬੋਹਣੀ ਆਪਣੇ ਬੰਦਿਆਂ ਤੋਂ ਕੀਤੀ ਹੈ, ਘਰ ਘਰ ਨੌਕਰੀ ਦੇਣ ਵਾਲੀ, ਤਾਂ ਲੱਗਦਾ ਕਿ ਬੋਹਣੀ ਹੈ ਜਿਹੜੀ ਉਹ ਖਰਾਬ ਹੋ ਜਾਣੀ ਆ। ਸੋ ਇਹ ਜਿਹੜੀ ਭਰਤੀ ਵਾਲੀ ਗੱਲ ਆਈ, ਡਿਗਰੀਆਂ ਵਾਲੀ ਗੱਲ ਆਈ ਆ, ਇਹਦੇ ਚੋਂ ਇੱਕ ਖਬਰ ਅੱਜ ਹੋਰ ਵੀ ਨਿਕਲ ਕੇ ਆਈ ਆ, ਉਹ ਵੀ ਮੈਨੂੰ ਯਾਦ ਆ ਗਈ ਆ
जी फरीदकोट की जिहड़ी साइंस यूनीवर्सिटी है, मैडिकल यूनीवर्सिटी है, ਉਹਦੇ ਵਿੱਚੋਂ ਇੱਕ ਬੀਬੀ ਨੂੰ ਜਾਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਇਸ ਨੌਕਰੀ ਤੋਂ ਕੱਢਿਆ ਗਿਆ। ਤੇ ਕਮਾਲ ਦੀ ਗੱਲ ਆ ਕਿ ਫਰੀਦਕੋਟ ਦੇ ਡੀਸੀ ਨੇ ਉਹਨੂੰ ਰੈੱਡ ਕਰਾਸ ਦੀ ਸੁਪਰਡੈਂਟ ਲਾ ਲਿਆ। ਮਤਲਬ ਇੱਕ ਸੰਸਥਾਨ ਚੋਂ ਉਹਨੂੰ ਇਸ ਦੋਸ਼ ਦੇ ਤਹਿਤ ਕੱਢਿਆ ਜਾਂਦਾ ਕਿ ਉਹਦਾ ਸਰਟੀਫਿਕੇਟ ਜਿਹੜਾ ਉਹ ਨਕਲੀ ਹੈ, ਉਹਨੇ ਜਿਹੜਾ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਇਆ ਉਹ ਜਾਲੀ ਆ। ਤੇ ਉਹਨੂੰ 5-7 ਦਿਨਾਂ ਤੋਂ ਬਾਅਦ ਹੀ ਜਿਹੜਾ ਉੱਥੋਂ ਦਾ ਡੀਸੀ ਸਾਹਿਬ ਆ ਉਹ ਕਹਿੰਦਾ ਕੋਈ ਗੱਲ ਨਹੀਂ ਬੀਬੀ ਜੀ, ਇੱਥੇ ਆ ਕੇ ਨੌਕਰੀ ਕਰ ਲਓ, ਨੌਕਰੀ ਕਰਨੀ ਹੈ। ਸੋ ਇੱਥੇ ਸਭ ਕੁਛ ਚੱਲੀ ਜਾਂਦਾ। ਪਰ ਇਹ ਬੇਅੰਤ ਸਿੰਘ ਦੇ ਪੋਤਰੇ ਵਾਲਾ ਜਿਹੜਾ ਮਾਮਲਾ ਹੈ, ਇਹਦੇ 'ਚ ਦਿਲਚਸਪ ਕਹਾਣੀ ਇਹ ਆ ਕਿ ਹੁਣ ਤੱਕ ਕੋਈ ਵੀ ਸਿਆਸੀ ਪਾਰਟੀ ਹੈ ਜਿਹੜੀ ਉਹ ਕਾਨੂੰਨੀ ਦਾਇਰੇ 'ਚ ਇਸ ਲੜਾਈ ਨੂੰ ਨਹੀਂ ਲੈ ਕੇ ਗਈ। ਉਹਦਾ ਇੱਕ ਖਾਨਾ ਪੂਰਤੀ ਸੀ ਅਕਾਲੀਆਂ ਨੇ ਅੱਜ ਜ਼ਰੂਰ ਕੀਤੀ ਆ। ਉਹ ਕਹਿੰਦੇ ਕਿ ਸਾਨੂੰ ਦੱਸੋ ਬੇਅੰਤ ਸਿੰਘ ਦੇ ਪੋਤਰੇ ਨੂੰ ਨੌਕਰੀ ਦੇਣ ਲਈ ਤੁਸੀਂ ਨਿਯਮ ਕਿਉਂ ਤੋੜੇ? ਉਹ ਕਹਿੰਦੇ ਚਲੋ ਅਸੀਂ ਤੇ ਨਿਯਮ ਹੀ ਤੋੜੇ ਆ, ਤੁਹਾਡਾ ਤੇ ਇੱਕ ਕਾਕਾ ਜਿਹੜਾ ਉਹ ਨੌਕਰੀ ਲੈਣ ਚਲੇ ਗਿਆ ਸੀਗਾ, ਉਹਨੇ ਜਾ ਕੇ ਦੋ ਐਮਏ ਦੀਆਂ ਜਾ ਕੇ ਡਿਗਰੀਆਂ ਰੱਖ ਦਿੱਤੀਆਂ ਸੀ। ਉਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਰੱਖਣਾ। ਉਹ ਕਹਿੰਦੇ ਕਿਉਂ? ਤੁਸੀਂ ਤੇ ਗ੍ਰੈਜੂਏਸ਼ਨ ਵਾਲਾ ਬੰਦਾ ਰੱਖਣਾ ਤੇ ਇਹ ਸਾਡੇ ਕਾਕੇ ਨੇ ਤੇ 2 ਡਿਗਰੀਆਂ ਕੀਤੀਆਂ ਐਮਏ ਵਾਲੀਆਂ। ਉਹ ਕਹਿੰਦੇ ਸੀ ਐਮਏ ਵਾਲੀਆਂ ਡਿਗਰੀਆਂ ਜਿਹੜੀਆਂ ਉਹ ਬਾਈਪਾਸ ਐਵੇਂ ਕਰ ਲਈਆਂ ਕਿਉਂਕਿ ਕਾਕੇ ਨੇ ਗ੍ਰੈਜੂਏਸ਼ਨ ਤੇ ਕੀਤੀ ਹੋਈ ਨਹੀਂ ਗੀ, ਸਿੱਧੀਆਂ ਡਿਗਰੀਆਂ ਚੱਕ ਕੇ ਲਿਆਇਆ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਿਆਸੀ ਚੱਲਦੀਆਂ ਪਈਆਂ। ਪਰ ਜਿੱਥੇ ਇਹ ਲੜਾਈ ਜਾ ਕੇ ਨਿਬੜਦੀ ਹੈ ਉਧਰ ਨੂੰ ਹਾਲ ਦੀ ਘੜੀ ਕਿਸੇ ਨੇ ਮੂੰਹ ਨਹੀਂ ਕੀਤਾ। ਜੀ ਮਿੰਟੂ ਜੀ, ਅਗਲੀ ਆਪਾਂ ਜਿਹੜੀ ਗੱਲ ਕਰੀਏ ਵੀ ਭਾਰਤ ਵਿੱਚ ਕੌਮਾਂਤਰੀ ਗੁਰਦਾ ਕਾਂਡ ਆਇਆ ਸਾਹਮਣੇ। ਪੰਜਾਬ ਦੇ ਇੱਕ ਭਾਜਪਾ ਆਗੂ ਦਾ ਨਾਮ ਵੀ ਖਰੀਦਦਾਰਾਂ ਦੇ ਵਿੱਚ। ਇਹ ਬਹੁਤ ਵੱਡੀ ਗੱਲ ਆ। ਵੈਸੇ ਸਾਡੇ ਜਦੋਂ ਇਸ ਤਰ੍ਹਾਂ ਦਾ ਗੁਰਦਾ ਕਾਂਡ ਸ਼ਬਦ ਆਉਂਦਾ ਨਾ ਤੇ ਚੇਤਾ ਆ ਜਾਂਦਾ ਅੱਜ ਤੋਂ 15-16 ਸਾਲ ਪਹਿਲਾਂ ਵੀ ਪੰਜਾਬ 'ਚ ਇੱਕ ਗੁਰਦਾ ਕਾਂਡ ਹੋਇਆ ਸੀਗਾ। ਬਹੁਤ ਲੋਕਾਂ ਦੀਆਂ ਵੱਖੀਆਂ ਪਾੜ ਕੇ ਨਾ ਕੱਢ ਲਈਆਂ ਕਿਡਨੀਆਂ। ਉਹਨਾਂ 'ਚ ਇੱਕ ਕੈਨੇਡਾ ਜਾ ਬੈਠਾ ਸੀ ਕੱਢਣ ਵਾਲਿਆਂ 'ਚ। ਲੋਕੀ ਕਹਿੰਦੇ ਸੀ ਇੱਥੇ ਇੱਕ ਕੱਢੀ ਆ, ਇੱਕ ਉੱਧਰੋਂ ਕੱਢ ਲਿਆਊਗਾ, ਜੋੜਾ ਪੂਰਾ ਕਰ ਦੇਣਾ ਉਹਨੇ। ਸੋ ਇਹ ਜਿਹੜਾ ਨਵਾਂ ਗੁਰਦਾ ਕਾਂਡ ਵਾਪਰਿਆ ਇਹ ਅਸਲ ਦੇ ਵਿੱਚ ਇਹਦੇ ਤਾਰ ਤੇ ਪੰਜਾਬ ਨਾਲ ਵੀ ਜੁੜਦੇ ਆ। ਪਰ ਇਹ ਸਭ ਕੁਛ ਵਾਪਰਿਆ, ਜੋ ਕੁਛ ਹੋਇਆ ਇਹ ਨੇਪਰੇ ਚੜਿਆ ਬਾਹਰ। ਹੁਣ ਮੁੰਬਈ ਪੁਲਿਸ ਨੇ ਇਸ ਗੁਰਦਾ ਕਾਂਡ ਨੂੰ ਉਜਾਗਰ ਕੀਤਾ। ਇਹਦੇ 'ਚ ਸਾਫ਼ ਤੌਰ ਤੇ ਜਿਹੜੀ ਖਰੀਦਦਾਰਾਂ ਦੀ ਸੂਚੀ ਹੈ ਉਹਦੇ 'ਚੋਂ ਇੱਕ ਨਾਂ ਤੇ ਆਉਂਦਾ ਪਿਆ ਫਗਵਾੜੇ ਦਾ ਬਹੁਤ ਵੱਡਾ ਭਾਰਤੀ ਜਨਤਾ ਪਾਰਟੀ ਦਾ ਆਗੂ ਹੈ ਉਹਦਾ ਨਾਂ ਸਿੱਧੇ ਤੌਰ ਤੇ ਨਹੀਂ ਆਉਂਦਾ ਕਿ ਉਹਨੇ ਆਪਣੇ ਲਈ ਖਰੀਦੀ ਹੈ, ਬਲਕਿ ਉਹਦੀ ਬੇਟੀ ਦਾ ਨਾਂ ਆਉਂਦਾ ਹੈ ਕਿ ਉਹਦੀ ਬੇਟੀ ਦੀ ਕਿਡਨੀ ਖਰਾਬ ਸੀਗੀ, ਉਹਨੂੰ ਖਰੀਦ ਕੇ ਲਾਈ ਗਈ ਆ। ਔਰ ਇਹ ਸਾਰੀ ਸੌਦੇਬਾਜ਼ੀ ਹੈ ਜਿਹੜੀ ਇਜਿਪਟ ਦੇ ਵਿੱਚ, ਜਿਹਨੂੰ ਆਪਾਂ ਮਿਸਰ ਕਹਿ ਦਿੰਦੇ ਹਾਂ, ਬਹੁਤ ਪੁਰਾਣੀ ਸਭਿਅਤਾ ਮਿਸਰ, ਉਸ ਦੇਸ਼ ਦੇ ਵਿੱਚ ਇਹ ਸਭ ਕੁਛ ਹੋਇਆ। ਯਾਨੀ ਇੱਥੋਂ ਬੰਦੇ ਵੀ ਤਿਆਰ ਕਰਕੇ ਖੜੇ ਗਏ, ਇੱਥੋਂ ਖਰੀਦਦਾਰ ਵੀ ਤਿਆਰ ਕਰਕੇ ਲਗਾਏ ਗਏ ਔਰ ਉੱਥੇ ਜਾ ਕੇ ਸਾਰਾ ਕੁਛ ਜਿਹੜਾ ਨੇਪਰੇ ਚੜਿਆ ਗਿਆ। ਮੁੰਬਈ ਪੁਲਿਸ ਨੇ ਇਸ ਸਾਰੀ ਖਿੱਦੋ ਨੂੰ ਖਿਲਾਰ ਦਿੱਤਾ, ਜੇਰਾਂ ਸਾਰੀਆਂ ਕੱਢ ਦਿੱਤੀਆਂ। ਹੁਣ ਪੰਜਾਬ ਵਾਲਾ ਜਿਹੜਾ ਭਾਜਪਾ ਦਾ ਆਗੂ ਆ ਉਹ ਵੱਡੇ ਦਰਬਾਰਾਂ ਦਾ ਸਹਾਰਾ ਲੈਣ ਡਿਆ ਕਿ ਬਚਾਓ। ਆਮ ਤੌਰ ਤੇ ਜੇ ਕੋਈ ਮੁਸੀਬਤ 'ਚ ਹੋਵੇ ਤੇ ਮਾਤਾ ਦੇ ਦਰਬਾਰ 'ਚ ਚਲੇ ਜਾਂਦਾ, ਪਰ ਉਹ ਮਾਤਾ ਦੇ ਦਰਬਾਰ 'ਚ ਜਾਣ ਦੀ ਥਾਂ ਤੇ ਉਤਲਿਆਂ ਦੇ ਦਰਬਾਰ 'ਚ ਚਲੇ ਗਿਆ। ਉਹ ਕਹਿੰਦਾ ਜੀ ਮੈਨੂੰ ਬਚਾਓ। ਹੁਣ ਵੇਖੋ ਉਹ ਬਚਾਉਂਦੇ ਜਾਂ ਨਹੀਂ ਬਚਾਉਂਦੇ, ਪਰ ਮੁੰਬਈ ਪੁਲਿਸ ਸਾਰਾ ਚਿੱਟਾ ਕੱਚ 'ਚ ਮਾਰ ਕੇ ਇੱਧਰ ਨੂੰ ਤੁਰੀ ਆਉਂਦੀ ਆ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹਨੂੰ ਵੀ ਸੰਗਲ ਪੈ ਜਾਵੇ। ਪਰ ਇਹ ਸਾਡੇ ਇੱਥੇ ਆਮ ਹੀ ਵਾਪਰਦਾ ਹੈ। ਜਿਵੇਂ ਮੈਂ ਤੁਹਾਨੂੰ ਇੱਕ ਦੱਸਿਆ ਕਿ ਉਹ ਤੇ ਬੜਾ ਮਸ਼ਹੂਰ ਸੀ ਗੁਰਦਾ ਕਾਂਡ ਜਿਹੜਾ ਅੰਮ੍ਰਿਤਸਰ ਦੇ ਵਿੱਚ ਵਾਪਰਿਆ। ਉਸ ਤੋਂ ਬਾਅਦ ਇਹ ਹੋ ਗਿਆ, ਇਹਦੀਆਂ ਪਰਤਾਂ ਵੀ ਖੁੱਲਦੀਆਂ ਪਈਆਂ। ਪਰ ਇਹਨਾਂ ਦੇ ਵਿਚਾਲੇ ਵੀ ਇੱਕ ਗੁਰਦਾ ਕਾਂਡ ਹੋਇਆ। ਉਹ ਗੁਰਦਾ ਕਾਂਡ ਬਹੁਤਾ ਮੀਡੀਆ 'ਚ ਨਹੀਂ ਆਇਆ, ਪਰ ਸਾਨੂੰ ਇਸ ਕਰਕੇ ਪਤਾ ਕਿਉਂਕਿ ਸਾਡੇ ਇਲਾਕੇ 'ਚੋਂ ਕੁਛ ਬੰਦੇ ਜਿਹੜੇ ਲੋੜਵੰਦ ਗਰੀਬ ਬੰਦੇ, ਗਰਜ਼ਾਂ ਦੇ ਮਾਰੇ ਬੰਦੇ, ਉਹਨਾਂ ਨੂੰ ਇੱਥੋਂ ਖੜਿਆ ਗਿਆ ਸੀ ਆਂਧਰਾ ਪ੍ਰਦੇਸ਼ 'ਚ। ਆਂਧਰਾ ਪ੍ਰਦੇਸ਼ ਦੇ ਵਿੱਚ ਲੈ ਗਏ, ਕੁਛ ਦੀਆਂ ਕਿਡਨੀਆਂ ਉੱਥੇ ਕੱਢੀਆਂ ਗਈਆਂ, ਇੱਕਾ ਦੁੱਕਾ ਨੂੰ ਸ਼੍ਰੀਲੰਕਾ 'ਚ ਵੀ ਲੈ ਕੇ ਗਏ ਸੀਗੇ, ਉੱਥੇ ਕੱਢੀਆਂ ਗਈਆਂ। ਉਹਨਾਂ ਨੂੰ ਥੋੜੇ ਬਹੁਤੇ ਪੈਸੇ ਦੇ ਦਿੱਤੇ, ਬਹੁਤੇ ਪੈਸੇ ਵੀ ਸੀ ਜਿਹੜੇ ਵਿੱਚ ਦਲਾਲ ਲੈ ਗਏ। ਇੱਥੇ ਇੱਕ ਤਰ੍ਹਾਂ ਨਾਲ ਕਹਿ ਲਈਏ ਜਿਵੇਂ ਮਨੁੱਖਾਂ ਦੀ ਮੰਡੀ ਸੱਜਦੀ ਹੈ ਨਾ। ਤੁਸੀਂ ਆ ਥੋੜੇ ਦਿਨ ਪਹਿਲਾਂ ਸ਼ਾਇਦ ਖਬਰ ਸੁਣੀ ਹੋਣੀ ਹੈ, ਹੈਦਰਾਬਾਦ 'ਚ ਸ਼ੇਖ ਫੜੇ ਗਏ ਸੀਗੇ। ਉਹ ਇੱਥੇ ਕੁਆਰੀਆਂ ਕੁੜੀਆਂ ਦੀ ਆ ਕੇ ਖਰੀਦਦਾਰੀ ਕਰਦੇ ਪੈਸਾ, ਜਿੱਦਾਂ ਪੁਰਾਣੇ ਜ਼ਮਾਨੇ 'ਚ ਨਹੀਂ ਅਸੀਂ ਸੁਣਦੇ ਹੁੰਦੇ ਸੀਗੇ ਕਿ ਬਸਰਾ 'ਚ ਮੰਡੀ ਲੱਗਦੀ ਹੁੰਦੀ ਸੀਗੀ। ਉਹ ਜਿੱਥੋਂ ਗੱਲ ਬਣੀ ਸੀ ਮੋੜੀ ਬਾਬਾ ਕੱਛ ਵਾਲਿਆ
ਰੰਨ ਬਸਰੇ ਨੂੰ ਗਈ। ਸੋ ਉਹ ਬਸਰੇ ਦੀ ਮੰਡੀ ਵਾਂਗੂ ਇੱਥੇ ਵੀ ਮੰਡੀਆਂ ਲੱਗਦੀਆਂ ਪਈਆਂ। हैदराबाद चों 4-5 दिन पहला ये खबर सामने आई सी। तो इत्थे भी एक तरह नाल मंडियों ही सजदी आ, ना सिर्फ मनुखी तस्करी की मंडी है बल्कि मनुखी अंगां की तस्करी दी भी पंजाब मंडी बनता जा रहा। पंजाब दे विचों मैं तुहानूं जिवें दस्सिया कि 2-3 गुरदाकांड ते मैनूं पता होर भी कोई पर्दे हेठ चलदे होने आ, ओहदा किसी नूं इल्म नहीं, पर वो जिहड़ा पिछे जे कांड वापरिया सीगा ਉਹਦੇ ਵਿੱਚ ਆਂਧਰਾ ਪ੍ਰਦੇਸ਼ ਦੀ ਪੁਲਿਸ ਨੇ ਥੋੜੀ ਜੀ ਹੀਲ ਹੁਜਤ ਕੀਤੀ ਸੀ। ਸਾਡੀ ਪੰਜਾਬ ਪੁਲਿਸ ਨੇ ਤੇ ਹੱਥ ਤੋਂ ਹੱਥ ਹੀ ਨਹੀਂ ਚੁੱਕਿਆ, ਪੜਤਾਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਦੇਖੀਏ ਸਾਡੇ ਬੰਦੇ ਪੰਜਾਬੀ ਬੰਦੇ ਜਿਹੜੇ ਆ ਉਹ ਕਿਉਂ ਸ਼ਿਕਾਰ ਬਣਾਏ ਜਾ ਰਹੇ, ਕਿਸ ਤਰ੍ਹਾਂ ਸ਼ਿਕਾਰ ਬਣਾਏ ਜਾ ਰਹੇ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿਉਂਕਿ ਇੱਥੇ ਗਰੀਬੀ ਬਹੁਤ ਆ, ਬਾਹਰਲੇ ਲੋਕ ਵੀ ਇੱਧਰ ਨੂੰ ਭੱਜਦੇ ਆ, ਇੱਥੇ ਕੰਮ ਸੌਖਾ ਬਣ ਜਾਂਦਾ, ਸਵੱਲਾ ਬਣ ਜਾਂਦਾ। ਇਹ ਸਾਰਾ ਕੁਛ ਰੋਕਣਾ ਚਾਹੀਦਾ। ਮਨੁੱਖੀ ਤਸਕਰੀ ਵੀ ਰੋਕਣੀ ਚਾਹੀਦੀ ਆ, ਜਿਹੜੇ ਮਨੁੱਖੀ ਅੰਗਾਂ ਦੀ ਤਸਕਰੀ ਕਰਦੇ ਆ ਉਹਨਾਂ ਨੂੰ ਵੀ ਰੋਕਣਾ ਚਾਹੀਦਾ। ਪਰ ਹਾਲ ਫਿਲਹਾਲ ਇਹਨਾਂ ਤੋਂ ਕੋਈ ਵੀ ਨੈਟਵਰਕ ਇਸ ਤਰ੍ਹਾਂ ਦਾ ਇਜਾਦ ਨਹੀਂ ਹੁੰਦਾ ਜਿਹਦੇ ਨਾਲ ਇਸ ਤਰ੍ਹਾਂ ਦੀ ਜਿਹੜੀ ਖਰੀਦੋ ਫਰੋਖਤ ਹੁੰਦੀ ਹੈ ਉਹ ਰੋਕੀ ਜਾ ਸਕੇ। पर रोकणगे किनों वो किसी शायर ने आख्या सी दर्द हो दुख हो तो दवा कीजिए, फट पड़े आसमां तो क्या कीजिए, एक सितम हो तो जान दे दीजिए, वो सितम पर सितम तो क्या कीजिए। इत्थे सितम ते सितम है, बंदा किथे किथे पूरा ले सकदा। सो पर जरूरी है कि कुछ लोग जिहड़े अपने बच्चों के पेट नूं झुलका देण लई अपना अंग वेचण तक चले जाते आ, ਜਿਹੜੇ ਬੰਦੇ ਰਾਤ ਨੂੰ ਆਪਣੇ ਟੱਬਰ ਦੇ ਮੂੰਹ 'ਚ ਦਾਣਾ ਪਾਣੀ ਪਾਉਣ ਲਈ ਖੂਨ ਦੀ ਬੋਤਲ ਕਢਾ ਕੇ ਆਉਂਦੇ ਆ। ਇਹ ਸਾਰੇ ਲੋਕ ਗਰੀਬੀ ਦੇ ਮਾਰੇ ਜਿਹੜੇ ਲੋਕ ਆ, ਇਹਨਾਂ ਦਾ ਘੱਟੋ ਘੱਟ ਇਹਨਾਂ ਕੋਲ ਇਲਾਜ ਤੇ ਹੋਣਾ ਚਾਹੀਦਾ ਕਿ ਇਹ ਰੋਟੀ ਖੂਣੋ ਕੱਪੜੇ ਖੂਣੋ ਛੱਤ ਖੂਣੋ ਇਹੋ ਜਿਹਾ ਕੰਮ ਨਾ ਕਰਨ। ਸੋ ਇਹਨਾਂ ਕੁ ਸਾਡੀ ਸਰਕਾਰ ਨੂੰ ਕਰ ਲੈਣਾ ਚਾਹੀਦਾ, ਜੇ ਬਹੁਤਾ ਉਹ ਨਹੀਂ ਕਰ ਸਕਦੇ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ, ਪੰਜਾਬ ਦੇ ਵਿੱਚ ਪ੍ਰੈਸ਼ਰ ਤੇ ਪਟਾਕਾ ਹਾਰਨ ਹੋਏ ਪਾਬੰਦ। ਦੇਖੋ ਇਹ ਜਿਹੜਾ ਪ੍ਰੈਸ਼ਰ ਹਾਰਨ ਵਾਲਾ ਪੰਗਾ ਹੈ ਨਾ, ਇਹ ਤੇ ਬਹੁਤ ਮਾੜਾ। ਤੁਸੀਂ ਪੰਜਾਬ ਦੀਆਂ ਸੜਕਾਂ ਤੇ ਕਿਤੇ ਖੜ ਜਿਓ, ਤੁਸੀਂ ਆਰਾਮ ਨਾਲ ਕਿਤੇ ਕੇਲੇ ਲੈਂਦੇ ਹੋ ਜਾਂ ਤੁਹਾਡੇ ਹੱਥ 'ਚ ਲੱਸੀ ਦਾ ਗਲਾਸ ਹੋਵੇ, ਕੋਲੋਂ ਲੰਘਦੀ ਬੱਸ ਅਚਾਨਕ ਬ੍ਰੇਕ ਮਾਰ ਕੇ ਤੇ ਨਾਲ ਬਰੋਬਰ ਹਾਰਨ ਮਾਰਦੇ, ਲੱਸੀ ਦਾ ਗਲਾਸ ਹੱਥ 'ਚੋਂ ਚੁੱਕ ਜਾਣਾ। ਏਡੀ ਜ਼ੋਰ ਦੀ ਤਰਾਹ ਕੱਢ ਦਿੰਦੇ ਆ ਬੰਦੇ ਦਾ ਜਦੋਂ ਆ ਕੇ ਕੰਨਾਂ 'ਚ ਵੱਜਦਾ। ਕੱਲਾ ਬਾਹਰ ਖੜਾ ਬੰਦਾ ਹੀ ਨਹੀਂ ਤਰਹਿਕਦਾ, ਜਿਹੜੀਆਂ ਸਵਾਰੀਆਂ ਅੰਦਰ ਬੈਠੀਆਂ ਉਹ ਵੀ ਇਸ ਤਰ੍ਹਾਂ ਲੱਗਦਾ ਕਿ ਸਫ਼ਰ ਨਹੀਂ ਕਰ ਰਹੀਆਂ ਹੁੰਦੀਆਂ, ਸਫ਼ਰ ਹੀ ਕਰ ਰਹੀਆਂ ਹੁੰਦੀਆਂ। ਸਹੀ ਗੱਲ, ਇੰਨੀ ਜ਼ੋਰ ਦੀ ਹਾਰਨ ਉਹਨਾਂ ਦੇ ਕੰਨਾਂ 'ਚ ਵੱਜਦੀ ਹੈ। ਉੱਥੇ ਪਾਂ ਪਾਂ ਪੜਾਂ ਪੜਾਂ ਕਰਦੇ ਫਿਰਦੇ ਆ, ਕੋਈ ਕਿਸੇ ਨੂੰ ਰੋਕਦਾ ਹੀ ਨਹੀਂ। ਪਰ ਚੰਗੀ ਗੱਲ ਇਹ ਹੋਈ ਆ ਕਿ ਜਿਹੜਾ ਕਾਹਨ ਸਿੰਘ ਪੰਨੂ ਵਿਚਾਰਾ ਕਦੇ ਉੱਧਰ ਲਾਤਾ ਕਦੇ ਇੱਧਰ ਲਾਤਾ, ਵਕੀਲੀ ਕਰਦਿਆਂ ਕਰਾਉਂਦਿਆਂ ਉਹ ਸਾਡੇ ਇੱਥੇ ਪ੍ਰਦੂਸ਼ਣ ਕੰਟਰੋਲ ਬੋਰਡ 'ਚ ਆ ਗਿਆ, ਉਹਦਾ ਚੇਅਰਮੈਨ ਹੈ ਅੱਜ ਕੱਲ੍ਹ। ਔਰ ਕਾਹਨ ਸਿੰਘ ਪੰਨੂ ਇਹੋ ਜਿਹਾ ਅਫਸਰ ਆ ਜਿਹੜਾ ਹੱਥ ਤੇ ਹੱਥ ਧਰ ਕੇ ਨਹੀਂ ਬਹਿ ਸਕਦਾ, ਚਾਹੇ ਉਹਨੂੰ ਕਿਸੇ ਵੀ ਡਿਪਾਰਟਮੈਂਟ 'ਚ ਘੱਲ ਦਿਓ। ਤਾਂ ਹੁਣ ਜਿੰਨਾ ਕੁ ਉਹਦੇ ਹੱਥ ਵਸਿਆ ਉਹ ਉਹਨਾਂ ਕੁ ਕਰੀ ਜਾਂਦਾ। ਹਾਲਾਂਕਿ ਕੁਛ ਲੋਕ ਉਹਦੇ ਇਸ ਅਹੁਦੇ ਤੋਂ ਵੀ ਥੋੜ੍ਹੇ ਜਿਹੇ ਖਫਾ ਨੇ ਕਿ ਇੱਥੇ ਕਾਹਤੋਂ ਆ ਗਿਆ, ਇਹਨੂੰ ਹੋਰ ਕਿਸੇ ਪਾਸੇ ਲਾ ਦੇਣਾ ਚਾਹੀਦਾ। ਤੇ ਲੋਕ ਕਈ ਕਹਿੰਦੇ ਆ, ਕਹਿੰਦੇ ਜੇ ਇੰਨਾ ਹੀ ਦੁਖੀ ਤੈਨੂੰ ਕਾਲੇ ਪਾਣੀ ਵਾਲੀ ਜੇਲ੍ਹ ਦੇ ਵਿੱਚ ਲਾ ਦੇ, ਹੋਰ ਕੀ ਆ ਜਿਹੜਾ ਤੁਹਾਨੂੰ ਦਿਸੇ ਹੀ ਨਾ, ਇੰਨੇ ਜ਼ਿਆਦਾ ਦੁਖੀ ਆ। ਇਹਨੇ ਹੁਣ ਕੀ ਕੀਤਾ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਪਟਾਕਾ ਜਾਂ ਪ੍ਰੈਸ਼ਰ ਹਾਰਨ ਆ, ਇਹ ਨਾ ਸਿਰਫ ਵਜਾਏ ਜਾਣ ਤੇ ਪਾਬੰਦੀ ਹੋਏਗੀ ਬਲਕਿ ਇਹਨਾਂ ਦੇ ਉਤਪਾਦਨ ਤੇ, ਵੇਚਣ ਤੇ ਔਰ ਇਹਨਾਂ ਦੀ ਫਿਟਿੰਗ ਤੇ ਉਹ ਵੀ ਪਾਬੰਦੀ ਹੋਏਗੀ। ਮਤਲਬ ਕਿ ਨਾ ਤੇ ਕੋਈ ਇਹਨਾਂ ਨੂੰ ਬਣਾ ਸਕਦਾ ਜੀ, ਨਾ ਇਹਨਾਂ ਨੂੰ ਕੋਈ ਵੇਚ ਸਕਦਾ, ਨਾ ਇਹਨਾਂ ਨੂੰ ਮਿਸਤਰੀ ਫਿੱਟ ਕਰ ਸਕਦਾ। ਜੇ ਕੋਈ ਕਰੇਗਾ ਉਹਦੇ ਲਈ ਜੇਲ੍ਹ ਦੀ ਸਜ਼ਾ ਵੀ ਰੱਖੀ ਗਈ ਹੈ, ਉਹਦੇ ਲਈ ਮੋਟਾ ਜੁਰਮਾਨਾ ਵੀ ਰੱਖਿਆ ਗਿਆ। ਕਿਉਂਕਿ ਦੇਖੋ ਬਹੁਤ ਘੱਟ ਲੋਕਾਂ ਨੂੰ ਸ਼ਾਇਦ ਪਤਾ ਹੋਊਗਾ ਕਿ ਜਿਹੜਾ ਸਾਡਾ ਇੱਥੋਂ ਤੱਕ ਕਾਨੂੰਨ ਹੈ ਨਾ, ਪ੍ਰਵੈਂਸ਼ਨਲ ਐਂਡ ਕੰਟਰੋਲ ਆਫ ਪੋਲਿਊਸ਼ਨ ਐਕਟ 1981 ਜੀ, ਉਹਦੇ 'ਚ ਇਹ ਇੱਕ ਜੁਰਮ ਦੀ ਤਰ੍ਹਾਂ ਹੀ ਹੈ। ਜਿਹੜਾ ਹਾਰਨ ਮਾਰਨਾ ਨਾ, ਇਹ ਵੀ ਸਮਝਿਆ ਜਾਂਦਾ ਕਿ ਇਹ ਹਵਾ ਦਾ ਪ੍ਰਦੂਸ਼ਣ ਹੈ ਔਰ ਇਹਦੇ ਨਾਲ ਮਨੁੱਖਾਂ ਨੂੰ, ਜੀਵਾਂ ਨੂੰ, ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ। ਸੋ ਉਹਦੇ 'ਚ ਸਜ਼ਾ ਦਾ ਵੀ ਪ੍ਰਬੰਧ ਹੈ, ਜੁਰਮਾਨੇ ਦਾ ਵੀ ਪ੍ਰਬੰਧ ਆ। ਇਹਨਾਂ ਨੇ ਉਸ ਐਕਟ ਦੀ ਇਹ ਧਾਰਾ ਜਿਹੜੀ ਮੈਂ ਤੁਹਾਨੂੰ ਦੱਸੀ ਹੈ, ਇਹਦਾ ਸਹਾਰਾ ਲੈ ਕੇ ਹੁਣ ਅੱਗੇ ਇਹ ਪਾਬੰਦੀ ਹੈ ਜਿਹੜੀ ਉਹ ਐਡ ਕਰ ਦਿੱਤੀ ਹੈ। ਮੈਂ ਕਹਿੰਦਾ ਕਿ ਚੰਗੀ ਗੱਲ ਆ। ਪਰ ਇੱਥੇ ਕਾਹਨ ਸਿੰਘ ਪੰਨੂ ਵਿਚਾਰਾ ਕੱਲਾ, ਜਿੰਦ ਕੱਲੀ ਤੇ ਮਲਾਜੇਦਾਰ ਵਾਲੇ ਦਾ ਕਿਹਦਾ ਮਾਣ ਰੱਖ ਲਾ। ਸੋ ਕੱਲਾ ਕੱਲਾ ਕਿੱਥੇ ਪੂਰਾ ਲੱਥੂਗਾ। ਇਹ ਤੇ ਇਹ ਆ ਕਿ ਜਿਹੜੇ ਕਾਹਨ ਸਿੰਘ ਪੰਨੂ ਵਰਗੇ ਹੋਰ ਬੰਦੇ ਵੀ ਹੈ
ਉਹ ਵੀ ਇਸ ਪਾਸੇ ਧਿਆਨ ਦੇਣ ਤਾਂ ਗੱਡੀ ਚੱਲੂਗੀ। ਕਿਉਂਕਿ ਇੱਥੇ ਕੋਈ ਪ੍ਰਬੰਧ ਇਸ ਤਰ੍ਹਾਂ ਦਾ ਹੈ ਨਹੀਂਗਾ, ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਕਿਉਂਕਿ ਲਿਹਾਜ਼ਾਂ ਪਾਲੀਆਂ ਜਾਂਦੀਆਂ। ਜੇ ਸਖਤ ਕਾਰਵਾਈ ਹੋਵੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਸਭ ਕੁਝ ਠੀਕ ਹੋ ਸਕਦਾ। ਸਖਤ ਕਾਰਵਾਈ ਸਿਰਫ ਤੇ ਸਿਰਫ ਇਹ ਨਹੀਂ ਕਿ ਜੁਰਮਾਨਾ ਸਜ਼ਾ, ਜੇ ਡਰਾਈਵਰ ਨੂੰ ਡਰ ਪਾਇਆ ਜਾਵੇ, ਕਿਉਂਕਿ ਹਾਰਨ ਵਜਾਉਣਾ ਡਰਾਈਵਰ ਨੇ, ਬੱਸ ਦੇ ਮਾਲਕ ਨੇ ਨਹੀਂ। ਉੱਥੇ ਸੁਖਬੀਰ ਸਿੰਘ ਬਾਦਲ ਨਹੀਂ ਵਜਾਉਂਦਾ, ਉਹ ਵਜਾਉਂਦਾ ਡਰਾਈਵਰ। ਡਰਾਈਵਰ ਜਦੋਂ ਵਜਾਉਂਦਾ ਤਾਂ ਉਹਨੂੰ ਜੇ ਡਰ ਹੋਵੇ ਕਿ ਮੇਰਾ ਜਿੱਦਾਂ ਤੁਹਾਡੇ ਇੱਧਰ ਪ੍ਰਬੰਧ ਹੁੰਦਾ ਕਿ ਲਾਇਸੈਂਸ ਕੈਂਸਲ ਕਰ ਦਿੰਦੇ ਆ ਜਾਂ ਪੁਆਇੰਟ ਕੱਟ ਲੈਂਦੇ ਆ, ਇਸ ਤਰ੍ਹਾਂ ਦੀ ਜਿਹੜੀ ਵਿਵਸਥਾ ਹੈ ਉਹ ਇੱਕ ਡਰ ਪੈਦਾ ਕਰਦੀ ਆ, ਅੰਕੁਸ਼ ਲਾਉਂਦੀ ਹੈ ਬੰਦੇ ਤੇ। ਮੇਰੇ ਕਹਿਣ ਦਾ ਮਤਲਬ ਇਹ ਆ ਕੋਈ ਇਸ ਤਰ੍ਹਾਂ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਕਿ ਡਰਾਈਵਰ ਕਹਿਣ ਕਿ ਇਹ ਜੁਰਮ ਆ ਔਰ ਅਸੀਂ ਆਪਣੇ ਹੱਥੀਂ ਇਹ ਜੁਰਮ ਨਹੀਂ ਕਰਾਂਗੇ, ਕਿਉਂਕਿ ਸਾਡਾ ਜਿਹੜਾ ਰੋਜੀ ਰੋਟੀ ਦਾ ਸਾਧਨ ਹੈ ਲਾਇਸੈਂਸ ਉਹ ਜਾਂਦਾ ਲੱਗੂਗਾ। ਜੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਸਾਡੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਮੈਨੂੰ ਬਹੁਤਾ ਨਹੀਂ ਪਤਾ, ਪਰ ਪੰਜਾਬ ਦਾ ਪ੍ਰਬੰਧ ਮੈਥੋਂ ਸੁਣ ਲਓ ਕਿ ਅੱਜ ਤੱਕ 1990 ਤੋਂ ਬਾਅਦ ਇੱਕ ਡਰਾਈਵਿੰਗ ਲਾਇਸੈਂਸ ਕੈਂਸਲ ਹੋਇਆ ਸਾਡੇ ਇੱਥੇ, ਇੱਕ, ਔਰ ਉਹ ਵੀ ਕਿਸੇ ਅਧਿਕਾਰੀ ਕਰਮਚਾਰੀ ਨੇ ਨਹੀਂ ਕੀਤਾ, ਕੋਰਟ ਨੇ ਕੀਤਾ ਸੀ, ਫਰੀਦਕੋਟ ਅਦਾਲਤ ਨੇ। ਸਿਰਫ ਇੱਕ ਦਾ ਹੀ ਰਿਕਾਰਡ ਹੈ, ਆਫ ਦੀ ਰਿਕਾਰਡ ਤੇ ਹੋਣ ਤੇ ਸ਼ਾਇਦ ਹੋਣ, ਇੱਕੋ ਹੀ ਆ, ਇੱਕੋ। ਹੁਣ ਭਾਵੇਂ ਕੋਈ ਆ ਗਿਆ ਹੋਵੇ ਇਸ ਸਾਲ ਦੇ ਵਿੱਚ ਆ ਗਿਆ। ਸਾਡੇ ਇਸ ਤਰ੍ਹਾਂ ਦੀ ਵਿਵਸਥਾ ਬਹੁਤ ਢਿੱਲੀ ਹੈ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਇਹੋ ਜਿਹਾ ਪ੍ਰਬੰਧ ਹੋਵੇ ਕਿ ਨਾ ਚੋਰ ਲੱਗੇ ਤੇ ਨਾ ਕੁੱਤਾ ਭੌਂਕੇ, ਜ਼ਰੂਰਤ ਹੀ ਨਾ ਪਵੇ, ਥੋੜਾ ਜਿਹਾ ਡਰ ਪਿਆ ਹੋਣਾ ਚਾਹੀਦਾ। ਬਾਕੀ ਕਾਹਨ ਸਿੰਘ ਪੰਨੂ ਨੇ ਜੋ ਕੀਤਾ ਠੀਕ ਕੀਤਾ। ਇਹ ਬਹੁਤ ਜ਼ਿਆਦਾ ਕੰਨ ਖਾਂਦੇ ਆ। ਕੰਨ ਕੀ ਖਾਂਦੇ ਆ, ਕਈ ਵਾਰ ਤੇ ਜਾ ਕੇ ਉੱਤੇ ਜਾ ਕੇ ਜਦੋਂ ਡਰਾਈਵਰ ਮਾਰਦੇ ਸ਼ਰਾਰਤ ਨਾਲ ਹਾਰਨ, ਉਹ ਸਾਈਕਲ ਵਾਲਾ ਤੇ ਵਿਚਾਰਾ ਮਿੱਟੀ 'ਚ ਡਿੱਗ ਪੈਂਦਾ ਗਸ਼ ਖਾ ਕੇ। ਇਹ ਹਾਰਨ ਬੰਦ ਹੋਣੇ ਚਾਹੀਦੇ। ਬਿਲਕੁਲ ਸਹੀ ਗੱਲ ਹੈ ਜੀ। ਜੀ ਅਗਲੀ ਮਿੰਟੂ ਜੀ ਆਪਾਂ ਜਾਂਦੇ ਜਾਂਦੇ ਗੱਲ ਕਰੀਏ ਵੀ ਪੰਜਾਬ ਸਰਕਾਰ ਉਗਰਾਹੇਗੀ ਹੁਣ ਕਿਸਾਨਾਂ ਕੋਲੋਂ ਮਾਮਲਾ ਸ਼ਬਦ ਸੁਣ ਕੇ ਕਈ ਖਾਸ ਤੌਰ ਤੇ ਜਿਹੜੇ ਸਾਡੇ ਨੌਜਵਾਨ ਸਾਥੀ ਹੈ ਉਹ ਭੰਬਲ ਭੂਸੇ 'ਚ ਪੈ ਜਾਣਗੇ ਕਿ ਮਾਮਲਾ ਕੀ ਉਗਰਾਉਣਾ ਇਹਨਾਂ ਨੇ। ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਮਾਮਲਾ ਸ਼ਬਦ ਹੈ ਨਾ ਜਿਹੜਾ, ਇਹ ਪੰਜਾਬੀ ਸੱਭਿਆਚਾਰ 'ਚ ਬਹੁਤ ਪ੍ਰਚਲਿਤ ਰਿਹਾ ਕਿਸੇ ਸਮੇਂ ਜੀ। ਇੱਕ ਨੌਬਤ ਇਹੋ ਜਿਹੀ ਸੀਗੀ ਜਦੋਂ ਲੋਕਾਂ ਦੇ ਫਸਲਾਂ ਨਹੀਂ ਸੀ ਹੁੰਦੀਆਂ, ਬੜੀ ਆਰਥਿਕਤਾ ਮਾੜੀ ਸੀ, ਤਾਂ ਇਹ ਮਾਲੀਆ ਕਹਿ ਲਓ, ਮਾਮਲਾ ਕਹਿ ਲਓ, ਲੋਕਾਂ ਤੋਂ ਜਦੋਂ ਨਹੀਂ ਸੀ ਦਿੱਤਾ ਜਾਂਦਾ ਤੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਦਿੱਤਾ ਜਾਂਦਾ ਸੀ, ਕਿਉਂਕਿ ਤਹਿਸੀਲਦਾਰ ਵਾਰੰਟ ਕੱਢ ਦਿੰਦਾ ਹੁੰਦਾ ਸੀ। ਔਰ ਸਾਡੇ ਪਿੰਡਾਂ 'ਚ ਅਸੀਂ ਛੋਟੇ ਹੁੰਦਿਆਂ ਨੇ ਆਪ ਸ਼ੂਟਾਂ ਲੱਗਦੀਆਂ ਵੇਖੀਆਂ। ਜਿੰਨੇ ਬਜ਼ੁਰਗ ਹੁੰਦੇ ਸੀ, ਕਿਉਂਕਿ ਉਦੋਂ ਕੱਚੇ ਰਸਤੇ ਹੁੰਦੇ ਸੀ, ਜਦੋਂ ਪੁਲਿਸ ਵਾਲੀ ਜੀਪ ਆਉਣੀ, ਉਹ ਗੁਰਦੁਆਰੇ ਵਾਲੇ ਭਾਈ ਨੇ ਚੁੱਪ ਕਰਕੇ ਤੇ ਬੋਝ ਕੇ ਜੇ ਆਵਾਜ਼ ਦੇ ਦੇਣੀ ਸਪੀਕਰ 'ਚ, ਉਹ ਲੰਡੀ ਜੀਪ ਰਾਹ ਨੂੰ ਪੈ ਗਈ ਜੀ, ਓਏ ਬਸ ਇੰਨੇ ਕੋ ਕਹਿਣ ਦੀ ਦੇਰ ਸਾਰੇ ਘਰਾਂ 'ਚੋਂ ਨਿਕਲ ਕੇ ਭੱਜ ਵਗਦੇ ਹੁੰਦੇ ਸੀ। ਤੇ ਅਸੀਂ ਛੋਟੇ ਛੋਟੇ ਪੁੱਛਦੇ ਹੁੰਦੇ ਸੀ, ਬੇਬੇ ਆਹ ਕਾਹਤੋਂ ਭੱਜੇ ਜਾਂਦੇ ਆ? ਇਹ ਕਹਿੰਦੇ ਸੀ ਇਹਨਾਂ ਨੇ ਮਾਮਲੇ ਨਹੀਂ ਤਾਰੇ ਜੀ। ਇਹ ਮਾਮਲਾ ਮਾਲੀਆ ਹੁੰਦਾ। ਸੋ ਇਹਨੂੰ ਆਬਿਆਨਾ ਵੀ ਕਹਿ ਦਿੰਦੇ, ਉਰਦੂ ਦਾ ਸ਼ਬਦ ਵੀ ਵਰਤ ਲੈਂਦੇ ਆਬਿਆਨਾ, ਕਿ ਜਿਹੜਾ ਵੀ ਕਿਸਾਨ ਸਿੰਜਾਈ ਵਾਸਤੇ ਨਹਿਰੀ ਪਾਣੀ ਵਰਤਦਾ ਉਹਨੂੰ ਉਹਦੇ ਬਦਲੇ ਟੈਕਸ ਦੇਣਾ ਪੈਂਦਾ, ਸਰਲ ਅੱਖਰਾਂ 'ਚ ਆਪਾਂ ਕਹਿ ਸਕਦੇ ਹਾਂ। ਉਹ ਇਹਨਾਂ ਨੇ ਹੁਣ ਦੁਬਾਰਾ ਲਾ ਦਿੱਤਾ। ਉਹਦੇ 'ਚ ਇਹਨਾਂ ਨੇ ਵਿਵਸਥਾ ਇਹ ਰੱਖੀ ਆ ਕਿ ਛਮਾਈ ਦਾ ਕਿੱਲੇ ਦਾ 50 ਤੇ ਸਾਲ ਦਾ ਲਾ ਲਓ, ਡਬਲ ਕਰ ਲਓ, 100 ਰੁਪਇਆ ਹੋ ਗਿਆ। ਤੇ ਕਿੱਲੇ ਦਾ 100 ਰੁਪਇਆ ਆਬਿਆਨਾ ਦੇਣਾ ਪਊਗਾ। ਹੁਣ ਜੇ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਇਹ ਸਾਰੇ ਕਿਸਾਨਾਂ ਨੂੰ ਨਹੀਂ ਲੱਗੇਗਾ, ਉਹਨਾਂ ਕਿਸਾਨਾਂ ਨੂੰ ਹੀ ਲੱਗੇਗਾ ਜਿਨ੍ਹਾਂ ਦੀ ਜ਼ਮੀਨ ਨੂੰ ਨਹਿਰੀ ਪਾਣੀ ਲੱਗਦਾ। ਔਰ ਪੂਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ 25-30% ਇਸ ਤਰ੍ਹਾਂ ਦੀ ਜ਼ਮੀਨ ਹੋਏਗੀ ਜਿਹੜੀ ਨਹਿਰੀ ਪਾਣੀ ਦੇ ਸਿੰਜਾਈ ਹੇਠ ਆਉਂਦੀ ਹੈ। ਬਾਕੀ ਸਾਰਾ ਪਾਣੀ ਹੈ ਜਿਹੜਾ ਉਹ ਟਿਊਬਵੈਲਾਂ ਦਾ ਲੱਗਦਾ। ਵੈਸੇ ਇਹ ਵੀ ਤਰਾਸਦੀ ਹੈ ਨਾ ਕਿ ਜਿਹੜਾ ਦਰਿਆਵਾਂ ਦਾ ਮਾਲਕ ਹੈ ਪੰਜਾਬ, ਉਹਦਾ 70-75% ਰਕਬਾ ਜਿਹੜਾ ਉਹ ਟਿਊਬਵੈਲਾਂ ਨਾਲ ਸਿੰਜਿਆ ਜਾਂਦਾ ਹੈ। ਦਰਿਆ ਭਰੇ ਜਾਂਦੇ ਆ ਰਾਜਸਥਾਨ ਨੂੰ, ਹਰਿਆਣਾ। ਇਹ ਵੀ ਇੱਕ ਤਰਾਸਦੀ ਹੈ। ਖੈਰ, ਹੁਣ ਇਹਨਾਂ ਨੇ ਇਹ ਮਾਲੀਆ ਲਾ ਦਿੱਤਾ। ਵੈਸੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਵੀ ਲਾਤਾ ਸੀ ਆ ਕੇ ਮਾਮਲਾ, ਫੇਰ ਵਿਰੋਧ ਹੋਇਆ, ਫੇਰ ਹਟਾ ਦਿੱਤਾ, ਫੇਰ ਲਾ ਦਿੱਤਾ, ਫੇਰ ਹਟਾ ਦਿੱਤਾ। ਇਸ ਤਰ੍ਹਾਂ ਕਈ ਵਾਰੀ ਇਹ ਲੱਗਿਆ, ਕਈ ਵਾਰੀ ਹਟਾ ਦਿੱਤਾ ਗਿਆ। ਪਰ ਇਹ ਕਹਿੰਦੇ ਆ ਕਿ ਅਸੀਂ ਇਹਦੇ ਤੋਂ 200 ਕਰੋੜ ਰੁਪਈਆ ਇਕੱਤਰ ਕਰਾਂਗੇ ਔਰ ਇਹੋ ਹੀ 200 ਕਰੋੜ ਰੁਪਈਆ ਅਸੀਂ ਨਹਿਰਾਂ ਦੀਆਂ ਮੁਰੰਮਤਾਂ ਜਾਂ ਹੋਰ ਇਸ ਪਾਸੇ ਲਾਵਾਂਗੇ ਕਿ ਨਹਿਰੀ ਇਨਫਰਾਸਟਰਕਚਰ ਹੈ ਜਿਹੜਾ ਉਹ ਹੋਰ ਮਜ਼ਬੂਤ ਕੀਤਾ ਜਾ ਸਕੇ। ਤਾਂ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਗੱਲ ਆ। ਪਰ ਇਹਦੇ ਵਿੱਚ ਇਹ ਆ, ਉਹ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਨਾ ਕਿ ਕਿਤੇ ਲੈਣ ਦਾ ਸ਼ਾਹ ਦੇਣ ਦਾ ਦਿਵਾਲੀਆ, ਉਹ ਗੱਲ ਨਾ ਹੋ ਜਾਵੇ। ਮਾਲੀਆ ਤੇ ਲੈ ਲੈਣ ਤੇ ਮੁੜ ਕੇ ਬਾਹ ਨਾ ਫੜਾਉਣ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ 30% ਦੱਸੀ ਜਾਂਦੀ ਹੈ ਭੂਮੀ, ਇਹਦੇ ਵਿੱਚ ਵੀ ਇਹ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਕੁਝ ਪਿੰਡ ਟੇਲ ਤੇ ਪੈਂਦੇ ਆ। ਹੁਣ ਟੇਲ ਸ਼ਬਦ ਨੇ ਵੀ ਦੁਬਦਾ ਖੜੀ ਕਰ ਦੇਣੀ ਹੈ। ਟੇਲ ਸ਼ਬਦ ਦਾ ਅਰਥ ਇਹ ਹੁੰਦਾ ਹੈ ਕਿ ਕਿਸੇ ਨਹਿਰ ਦੇ ਵਿੱਚੋਂ ਇੱਕ ਸੂਆ ਨਿਕਲਿਆ, ਬ੍ਰਾਂਚ ਨਿਕਲੀ ਛੋਟੀ ਨਹਿਰ ਦੀ, ਉਹ ਜਿੱਥੇ ਜਾ ਕੇ ਖਤਮ ਹੁੰਦੀ ਹੈ, ਐਂਡ ਤੇ ਜਿਹੜੇ ਪਿੰਡ ਹੁੰਦੇ ਆ
ਉਹਨਾਂ ਦੀ ਇਹ ਸਮੱਸਿਆ ਕਿ ਮੋਗੇ ਜਿਹੜੇ ਉਹ ਡਿਸਟਰੀਬਿਊਟ ਕਰਦੇ ਆ ਪਾਣੀ, ਉਹ ਹੇਰਫੇਰ ਦਾ ਸ਼ਿਕਾਰ ਹੋ ਜਾਂਦੇ ਆ। ਕਈ ਵਾਰ ਪਾਈਪਾਂ ਲੱਗ ਜਾਂਦੀਆਂ, ਉਹਨਾਂ ਤੱਕ ਪਾਣੀ ਪਹੁੰਚਦਾ ਨਹੀਂ ਟੀਲਾਂ ਵਾਲਿਆਂ ਤੱਕ। ਤੇ ਜੇ ਮੀਂਹ ਪੈ ਜਾਣ ਚੰਗੇ, ਉਹ ਸਾਰੇ ਮੋਗੇ ਬੰਦ ਹੋ ਜਾਂਦੇ, ਫਿਰ ਉਹ ਪਿੰਡ ਰੁੜ ਜਾਂਦੇ ਆ। ਜੇ 200 ਕਰੋੜ ਰੁਪਈਆ ਮਾਲੀਆ ਇਕੱਤਰ ਕਰਨਾ, ਫਿਰ ਘੱਟੋ ਘੱਟ ਉਹਨਾਂ ਪਿੰਡਾਂ ਦੀ ਵੀ ਇਹਨਾਂ ਨੂੰ ਸੁਣਨੀ ਚਾਹੀਦੀ ਹੈ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।